ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਪ੍ਰਤਾਪੂ ਸਿੱਖ ਚੱਲ ਆਇਓ। ਸਤਿਗੁਰ ਆਗੇ ਸੀਸ ਨਿਵਾਇਓ। ਹਾਥ ਜੋੜ ਅਰਜੀ ਇਮ ਕਹੀ। ਹਮਰੀ ਬ੍ਰਿਤ ਸ਼ਸਤਰ ਕੀ ਆਹੀ। ਇਕ ਪ੍ਰਤਾਪੂ ਸਿੱਖ ਚੱਲ ਆਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ ਦਸਾਂ ਹੀ ਪਾਤਸ਼ਾਹੀਆਂ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪੈਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਗੁਰ ਅਰਜੁਨ ਪ੍ਰਤੱਖ ਹਰ। ਪੰਚਮ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਿਰਾਜਮਾਨ ਹਨ। ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ। ਉਹਨਾਂ ਵਿੱਚੋਂ ਜਿਹੜੇ ਮੁਖੀ ਸਿੱਖ ਹਨ, ਹਰ ਜਾਤੀਆਂ ਵਾਲੇ, ਹਰ ਵਰਨ ਵਾਲੇ ਅਤੇ ਹਰ ਕਿੱਤੇ ਨਾਲ ਸੰਬੰਧ ਰੱਖਣ ਵਾਲੇ, ਉਹ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਣ ਵਾਸਤੇ ਪਹੁੰਚਦੇ ਨੇ। ਕੁਝ ਸਿੱਖਾਂ ਦਾ ਜ਼ਿਕਰ ਇਤਿਹਾਸ ਵਿੱਚ ਸਾਨੂੰ ਮਿਲ ਰਿਹਾ ਹੈ, ਜਿਨ੍ਹਾਂ ਦੇ ਨਾਮ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ ਇਤਿਹਾਸ ਵਿੱਚ ਲਿਖੇ ਹਨ ਕਿ ਕਿਸ ਤਰ੍ਹਾਂ ਹਰ ਜਾਤੀ ਵਾਲਾ, ਹਰ ਕਿੱਤੇ ਨਾਲ ਸੰਬੰਧ ਰੱਖਣ ਵਾਲਾ ਗੁਰੂ ਚਰਨਾਂ ਵਿੱਚ ਆ ਕੇ ਉਪਦੇਸ਼ ਲੈਂਦਾ ਹੈ ਤੇ ਉਪਦੇਸ਼ ਦਾ ਧਾਰਨੀ ਹੋ ਕੇ ਗੁਰੂ ਸਾਹਿਬ ਦੀ ਸਿੱਖੀ ਕਮਾ ਕੇ ਅੰਤ ਉਸ ਦੀ ਕਲਿਆਣ ਹੁੰਦੀ ਹੈ। ਕਿਉਂਕਿ ਕਲਿਆਣ ਵੀ ਉਹਦੀ ਹੁੰਦੀ ਹੈ, ਉਧਾਰ ਵੀ ਉਹਦਾ ਹੁੰਦਾ ਹੈ ਜਿਹੜਾ ਭਾਵਨੀ ਦੇ ਨਾਲ, ਪ੍ਰੇਮ ਦੇ ਨਾਲ ਗੁਰੂ ਚਰਨਾਂ ਵਿੱਚ ਆਵੇ ਤੇ ਸ਼ਰਧਾ ਦੇ ਨਾਲ ਗੁਰੂ ਸਾਹਿਬ ਦੇ ਉਪਦੇਸ਼ ਨੂੰ ਸੁਣੇ। ਫਿਰ ਉਹ ਉਹਨਾਂ ਬਚਨਾਂ ਦੀ ਕਮਾਈ ਕਰਨ ਦਾ ਯਤਨ ਕਰੇ। ਹੌਲੀ ਹੌਲੀ ਆਪਣੇ ਮਨ ਨੂੰ ਗੁਰੂ ਉਪਦੇਸ਼ ਵੱਲ ਮੋੜ ਕੇ ਲਿਆਵੇ ਤੇ ਫਿਰ ਉਸ ਦੀ ਕਲਿਆਣ, ਉਸ ਦੀ ਰੱਖਿਆ ਸਤਿਗੁਰੂ ਪਰਲੋਕ ਵਿੱਚ ਆਪ ਕਰਦੇ ਹਾਂ। ਕੱਲ੍ਹ ਆਪਾਂ ਸਰਵਣ ਕੀਤਾ ਸੀ ਭਾਈ ਰੂਪ ਚੰਦ ਜੀ ਤੇ ਭਾਈ ਭੀਵਾ। ਇਹ ਦੋਨੋਂ ਭਰਾ ਨੇ, ਸਰਹੰਦ ਦੇ ਰਹਿਣ ਵਾਲੇ ਹਨ। ਇਹਨਾਂ ਦਾ ਕੰਮ ਸੀ ਕਿ ਲੋਕਾਂ ਦੀ ਅਮਾਨਤ ਨੂੰ ਆਪਣੇ ਪਾਸ ਰੱਖਣਾ ਤੇ ਬਹੁਤ ਇਮਾਨਦਾਰ ਸਨ, ਜਿਨ੍ਹਾਂ ਦੇ ਚਰਚੇ ਦੂਰ ਦੂਰ ਤੱਕ ਸਨ। ਲੋਕ ਆਪਣਾ ਬੜਾ ਕੀਮਤੀ ਸਮਾਨ ਇਹਨਾਂ ਪਾਸੇ ਉਧਾਰ ਰੱਖ ਕੇ ਜਾਂਦੇ ਸਨ ਤੇ ਵਾਪਸ ਆ ਕੇ ਇਹਨਾਂ ਨੂੰ ਇਹਨਾਂ ਦੇ ਪੈਸੇ ਦੇ ਕੇ ਤੇ ਉਹ ਸਮਾਨ ਆਪਣਾ ਲੈ ਲੈਂਦੇ ਸੀ। ਇੱਕ ਦਿਨ ਇੱਕ ਮੁਗਲ ਚੱਲ ਕੇ ਆਇਆ। ਉਹਨੇ ਅਸ਼ਰਫੀਆਂ ਦੀ ਖੁਰਜੀ ਜਿਹੜੀ ਸੀ ਇਹਨਾਂ ਪਾਸ ਰੱਖੀ ਹੈ, ਬੜੀ ਕੀਮਤੀਆਂ ਅਸ਼ਰਫੀਆਂ ਇਹਨਾਂ ਨੂੰ ਦੇ ਕੇ ਤੇ ਆਪ ਦਿੱਲੀ ਵੱਲ ਚਲਾ ਗਿਆ। ਭਾਈ ਭੀਵੇ ਅਤੇ ਭਾਈ ਰੂਪ ਚੰਦ ਨੇ ਉਹ ਅਸ਼ਰਫੀਆਂ ਤੇ ਰੱਖ ਲਈਆਂ
ਪਰ ਜਿਹੜਾ ਵਹੀ ਖਾਤਾ ਸੀ ਉਹਦੇ ਤੇ ਚੜਾਉਣੀਆਂ ਭੁੱਲ ਗਏ। 5 ਮਹੀਨਿਆਂ ਬਾਅਦ ਉਹ ਬੰਦਾ ਵਾਪਸ ਆਇਆ। ਉਹਨੇ ਆ ਕੇ ਇਹਨਾਂ ਪਾਸੋਂ ਆਪਣੀ ਅਮਾਨਤ ਮੰਗੀ ਹੈ ਤੇ ਇਹਨਾਂ ਦਾ ਜਿਹੜਾ ਕਾਰੋਬਾਰ ਸੀ ਬਹੁਤ ਵੱਡਾ ਸੀ। ਇਹ ਵਹੀ ਖਾਤੇ ਤੇ ਚੜਾਉਣੀਆਂ ਭੁੱਲ ਗਏ। ਜਦੋਂ ਦੇਖਿਆ ਤੇ ਉਹ ਖਾਤੇ ਤੇ ਉਹਨਾਂ ਦਾ ਨਾਮ ਨਾ ਲੱਭਾ ਤੇ ਇਹਨਾਂ ਨੇ ਕਹਿ ਦਿੱਤਾ ਕਿ ਭਾਈ ਤੇਰੀ ਤੇ ਇੱਥੇ ਕੋਈ ਅਮਾਨਤ ਨਹੀਂ ਹੈ। ਝੂਠ ਬੋਲਣਾ ਪਾਪ ਹੈ, ਕਿਸੇ ਦਾ ਹੱਕ ਮਾਰਨਾ ਇਹ ਵੀ ਬਹੁਤ ਵੱਡਾ ਪਾਪ ਹੈ, ਕਿਉਂਕਿ ਗੁਰੂ ਸਾਹਿਬ ਜੀ ਦੇ ਸਾਨੂੰ ਬਚਨ ਹਨ ਉਪਦੇਸ਼ ਵਜੋਂ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਕਿਉਂਕਿ ਸਿੱਖ ਦਾ ਤੇ ਗੁਰੂ ਦਾ ਰਿਸ਼ਤਾ ਕੱਲਾ ਇਸ ਲੋਕ ਤੱਕ ਨਹੀਂ, ਗੁਰੂ ਤਾਂ ਆਪਣੇ ਸਿੱਖ ਦੇ ਨਾਲ ਪ੍ਰੇਮ ਜਿਹੜਾ ਹੈ ਉਹ ਪਰਲੋਕ ਤੱਕ ਨਿਭਦਾ ਹੈ। ਪੀਰ ਮੁਰੀਦਾਂ ਫਿਰ ਹੜੀ ਉਹ ਨਿਭ ਹੈ ਨਾਲੇ। ਉਸ ਵਕਤ ਇਹਨਾਂ ਨੂੰ ਜਦੋਂ ਕਿਹਾ ਕਿ ਤੁਹਾਡੇ ਪਾਸ ਸਾਡੀਆਂ ਸ਼ਰਫੀਆਂ ਨੇ, ਤੇ ਸਿੱਖ ਕਹਿਣ ਲੱਗੇ ਭਾਈ ਰੂਪ ਚੰਦ ਤੇ ਭਾਈ ਭੀਵਾ, ਕਿਉਂਕਿ ਖਾਤੇ ਦੇ ਉੱਤੇ ਚੜੀਆਂ ਨਹੀਂ ਸਨ ਤੇ ਵੀ ਭੁੱਲ ਗਏ। ਆਪਣੀ ਜਗ੍ਹਾ ਇਹ ਵੀ ਸੱਚੇ ਸੀ, ਕਹਿਣ ਲੱਗੇ ਸਾਡੇ ਪਾਸ ਤਾਂ ਕੋਈ ਹੈ ਨਹੀਂ। ਹੁਣ ਇਮਾਨਤ ਬੜੀ ਵੱਡੀ ਸੀ। ਪਹਿਲਾਂ ਇਹਨਾਂ ਦਾ ਆਪਸੀ ਝਗੜਾ ਹੋਇਆ ਤੇ ਜਿਹੜੇ ਬੰਦੇ ਦੀ ਅਮਾਨਤ ਰੱਖੀ ਸੀ ਉਹ ਚਲਾ ਗਿਆ ਨਵਾਬ ਦੇ ਪਾਸ। ਨਵਾਬ ਕੋਲ ਜਾ ਕੇ ਇਹਨਾਂ ਦੀ ਸ਼ਿਕਾਇਤ ਕੀਤੀ, ਇਹਨਾਂ ਨੂੰ ਬੁਲਾਇਆ ਗਿਆ ਤੇ ਉਹ ਜਿਹੜਾ ਨਵਾਬ ਸੀ ਉਹਦੀ ਜਦੋਂ ਕਚਹਿਰੀ ਵਿੱਚ ਗਏ ਤੇ ਭਾਈ ਰੂਪ ਚੰਦ ਤੇ ਭਾਈ ਭੀਵਾ ਇਹ ਧਰਮੀ ਕਿਰਤ ਕਰਨ ਵਾਲੇ ਹਨ ਤੇ ਗੁਰੂ ਸਾਹਿਬ ਤੇ ਪੂਰਨ ਭਰੋਸਾ ਰੱਖਦੇ ਨੇ। ਤੇ ਜੇ ਗੁਰੂ ਤੇ ਭਰੋਸਾ ਰੱਖੀਏ, ਸੱਚੀ ਸੁੱਚੀ ਕਿਰਤ ਸਿੱਖ ਕਰਦਾ ਹੋਵੇ ਤੇ ਗੁਰੂ ਵੀ ਉਹਦੀ ਸਹਾਇਤਾ ਆਪ ਕਰਦਾ ਹੈ, ਕਿਉਂਕਿ ਗੁਰ ਮੇਰਾ ਸੰਗ ਸਦਾ ਹੈ ਨਾਲੇ। ਇਹ ਸੱਚੇ ਸਨ। ਇਹਨਾਂ ਨੇ ਭਰੀ ਕਚਹਿਰੀ ਵਿੱਚ ਦੇਖਿਆ ਕਿ ਇੱਥੇ ਫਰਿਆਦੀ ਬਣ ਕੇ ਆਇਆ ਹੈ ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ, ਕਿਉਂਕਿ ਨਵਾਬ ਨੇ ਕਿਹਾ ਹੁਣੇ ਪਤਾ ਲੱਗ ਜਾਵੇਗਾ ਕੌਣ ਸੱਚਾ ਕੌਣ ਝੂਠਾ ਹੈ। ਇਹ ਤੇਲ ਦਾ ਗਰਮ ਕੜਾਇਆ ਹੈ, ਇਹਦੇ ਵਿੱਚ ਦੋਨੋਂ ਹੱਥ ਪਾਓ, ਤੁਸੀਂ ਵੀ ਪਾਓ ਤੇ ਜਿਹਦੀ ਅਮਾਨਤ ਕਹਿ ਰਿਹਾ ਉਹ ਵੀ ਪਾਵੇ, ਤੇ ਜਿਹੜਾ ਸੱਚਾ ਹੋਵੇਗਾ ਉਹ ਬਚੇਗਾ, ਝੂਠਾ ਸੜੇਗਾ। ਉਸ ਵੇਲੇ ਸਿੱਖਾਂ ਨੇ ਤਾਂ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਦਾ ਧਾਰਿਆ ਧਿਆਨ, ਮਹਾਰਾਜ ਦੇ ਚਰਨਾਂ 'ਚ ਨਮਸਕਾਰਾਂ ਕੀਤੀਆਂ ਕਿ ਸਤਿਗੁਰੂ ਕਿਰਪਾ ਕਰਿਓ, ਤੁਹਾਡਾ ਬਿਰਧ ਹੈ, ਤੁਸੀਂ ਗਰੀਬਾਂ ਨੂੰ ਨਵਾਜ ਦਿਓ ਤੇ ਇਸ ਬਾਣੀ ਦੀ ਲਾਜ ਰੱਖਿਓ, ਕਿਤੇ ਇਹ ਨਾ ਹੋਵੇ ਕਿ ਭਰੀ ਕਚਹਿਰੀ ਵਿੱਚ ਕਹਿਣ ਕਿ ਸਿੱਖ ਝੂਠੇ ਨੇ। ਹੈ ਇਹ ਸੱਚੇ ਤਾਂ ਸੀ ਕਿਉਂਕਿ ਇਹਨਾਂ ਨੂੰ ਭੁੱਲ ਗਿਆ ਸੀ। ਉਸ ਵੇਲੇ ਉਹ ਜਿਹੜਾ ਮੁਗਲ ਸੀ ਉਹਨੇ ਵੀ ਆਪਣੇ ਪੀਰਾਂ ਨੂੰ ਸ਼ੀਰਨੀ ਸੁੱਖ ਰਹੀ ਤੇ ਜਦੋਂ ਦੋਨਾਂ ਨੇ ਹੱਥ ਪਾਏ ਤੇ ਜਿਹੜਾ ਮੁਗਲ ਸੀ ਉਹਦਾ ਹੱਥ ਸੜਿਆ ਤੇ ਸਿੱਖ ਦਾ ਬਚਿਆ। ਭਰੀ ਕਚਹਿਰੀ ਵਿੱਚ ਉਹ ਝੂਠਾ ਪਿਆ ਜਿਹੜਾ ਫਰਿਆਦੀ ਸੀ ਤੇ ਸਿੱਖ ਵਾਪਸ ਪਰਤ ਆਏ। ਆ ਕੇ ਦੋਨਾਂ ਭਰਾਵਾਂ ਨੇ ਸਲਾਹ ਕੀਤੀ। ਭਾਈ ਰੂਪ ਚੰਦ ਨੇ ਕਿਹਾ ਭਾਈ ਭੀਵੇ ਨੂੰ ਕਿ ਉਹ ਜਾ ਕੇ ਹੱਥ ਪਾਉਣ ਲਈ ਤਿਆਰ ਹੋ ਗਿਆ ਕੜਾਈ ਵਿੱਚ, ਤੇ ਕਿਤੇ ਉਹਦਾ ਸਮਾਨ ਇੱਥੇ ਤਾਂ ਨਹੀਂ। ਇਹਨਾਂ ਨੇ ਆਪਣੀ ਦੁਕਾਨ ਵਿੱਚ ਚੰਗੀ ਤਰ੍ਹਾਂ ਦੇਖਿਆ, ਲੱਭਿਆ, ਖੋਜਿਆ ਤੇ ਉਹ ਜਿਹੜੀ ਇਹਦੀਆਂ ਸ਼ਰਫੀਆਂ ਰੱਖੀਆਂ ਸਾਨੂੰ ਲੱਭ ਗਈਆਂ। ਇਹਨਾਂ ਦੋਨਾਂ ਨੇ ਬੜਾ ਜਿਹੜਾ ਸੀ ਉਹ ਦੁੱਖ ਜਤਾਇਆ। ਦੋਨੋਂ ਭਰਾ ਉਸ ਦੀ ਅਮਾਨਤ ਲੈ ਕੇ, ਕਿਉਂਕਿ ਸੱਚੇ ਸਨ ਤੇ ਸੱਚੇ ਦੀ ਰੱਖਿਆ ਗੁਰੂ ਕਰਦਾ ਹੈ, ਇਹਨਾਂ ਨੇ ਉਹ ਅਮਾਨਤ ਲਈ ਹੈ ਤੇ ਉਹਦੇ ਪਾਸ ਪਹੁੰਚ ਗਏ ਜਿਹਦਾ ਸਮਾਨ ਸੀ। ਉਹਨੂੰ ਜਾ ਕੇ ਕਹਿਣ ਲੱਗੇ ਭਰਾਵਾ ਸੀ ਬਹੁਤ ਸਾਡੇ ਤੋਂ ਗਲਤੀ ਹੋਈ ਕਿ ਅਸੀਂ ਚੜਾਉਣਾ ਭੁੱਲ ਗਏ, ਪਰ ਆ ਤੇਰੀ ਅਮਾਨਤ ਹੈ ਤੇ ਤੂੰ ਨਿਰਾਸ਼ ਨਾ ਹੋ, ਤੂੰ ਖੁਸ਼ ਹੋ। ਉਹ ਕਹਿਣ ਲੱਗਾ, ਅੱਗੋਂ ਮੁਗਲ ਕਹਿਣ ਲੱਗਾ ਅਮਾਨਤ ਦੀ ਤਾਂ ਗੱਲ ਛੱਡੋ, ਮੈਨੂੰ ਇਹ ਦੱਸੋ ਕਿ ਤੁਸੀਂ ਕਿਹੜੇ ਪੀਰ ਨੂੰ ਅਰਾਧਿਆ, ਕਿਹਨੂੰ ਧਿਆਇਆ ਕਿ ਜਿਹੜਾ ਇੰਨਾ ਪ੍ਰਤਾਪੀ, ਜਿਹਨੇ ਤੁਹਾਨੂੰ ਸੜਨ ਤੋਂ ਬਚਾ ਲਿਆ, ਉਹ ਸ਼ਕਤੀ ਕਿਹੜੀ ਹੈ ਤੁਹਾਡੇ ਕੋਲ, ਤੁਹਾਡਾ ਪੀਰ ਕੌਣ ਹੈ? ਤੇ ਸਿੱਖਾਂ ਨੇ ਬੜੇ ਮਾਣ ਨਾਲ ਕਿਹਾ ਕਿ ਜਾਹਰ ਪੀਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਜੋਤ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ। ਇਹ ਕਹਿਣ ਲੱਗਾ ਕਿ ਮੈਨੂੰ ਵੀ ਉਹਨਾਂ ਦੇ ਦਰਸ਼ਨ ਕਰਾਓ ਕਿ ਜਿਨ੍ਹਾਂ ਨੇ ਤੁਹਾਡੀ ਰੱਖਿਆ ਕੀਤੀ ਹੈ, ਪਰ ਮੈਂ ਉਹਨਾਂ ਨੂੰ ਜਾ ਕੇ ਪੁੱਛਾਂ ਤੇ ਸਹੀ ਕਿ ਮੈਂ ਸੱਚਾ ਤੇ ਸੱਚੇ ਨਹੀਂ ਸਨ। ਉਸ ਵੇਲੇ ਸਾਰੇ ਇਕੱਠੇ ਹੋ ਕੇ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਰਨ 'ਚ ਆਏ ਨੇ। ਭਾਈ ਰੂਪ ਚੰਦ, ਭਾਈ ਭੀਵਾ ਸਰਹੰਦ ਦੇ ਰਹਿਣ ਵਾਲੇ ਦੋਵੇਂ ਭਰਾ, ਤੇ ਇਹ ਜਿਹੜਾ ਮੁਗਲ ਸੀ ਇਹ ਵੀ ਚੱਲ ਕੇ ਆਇਆ। ਨਮਸਕਾਰ ਕੀਤੀ, ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਗਏ ਇਸੇ ਅਸਥਾਨ ਤੇ ਗੁਰੂ ਅਰਜਨ ਦੇਵ ਸਾਹਿਬ ਨੂੰ ਬੇਨਤੀ ਕਰਨ ਲੱਗੇ ਮਹਾਰਾਜ। ਉਹ ਕਹਿਣ ਲੱਗਾ ਮੈਨੂੰ ਇਹ ਦੱਸੋ ਕਿ ਮੈਂ ਤੇ ਸੱਚਾ ਸੀ
ਤੇ ਫਿਰ ਮੇਰੀ ਰੱਖਿਆ ਕਿਉਂ ਨਹੀਂ ਹੋਈ ਤੇ ਇਹਨਾਂ ਦੀ ਰੱਖਿਆ ਕਿਸ ਤਰ੍ਹਾਂ ਹੋਈ ਹੈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਇਹ ਵੀ ਸੱਚੇ ਨੇ, ਕਿਉਂਕਿ ਇਹਨਾਂ ਨੇ ਜਾਣ ਬੁੱਝ ਕੇ ਕੋਈ ਅਪਰਾਧ ਨਹੀਂ ਕੀਤਾ, ਇਸ ਕਰਕੇ ਸੱਚੇ ਹਨ। ਤੇ ਇਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਟੇਕ ਲਈ ਹੈ, ਇਹਨਾਂ ਦੀ ਰੱਖਿਆ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ। ਤੇ ਫਿਰ ਮਹਾਰਾਜ ਕਹਿਣ ਲੱਗੇ ਜਿਹੜੇ ਪੀਰਾਂ ਨੂੰ ਤੂੰ ਆਰਾਧਿਆ ਹੈ ਉਹ ਤੂੰ ਦੇਖ ਲੈ ਕਿ ਉਹਨਾਂ ਵਿੱਚ ਕਿੰਨੀ ਕੁ ਸਮਰੱਥਾ ਹੋਵੇਗੀ, ਕਿਉਂਕਿ ਤੇਰਾ ਸੰਬੰਧ ਤੇ ਉਹਨਾਂ ਪੀਰਾਂ ਦੇ ਨਾਲ ਹੈ ਨਾ, ਤੇ ਉਹਨਾਂ ਨੂੰ ਉਲਾਂਭਾ ਦੇ। ਇਸ ਲਈ ਫਿਰ ਕਹਿਣ ਲੱਗਾ, ਇੰਨੀ ਮਨ ਵਿੱਚ ਸ਼ਰਧਾ ਜਾਗੀ, ਕਹਿਣ ਲੱਗਾ ਸਤਿਗੁਰੂ ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਵੀ ਆਪਣਾ ਸਿੱਖ ਬਣਾ ਲਓ। ਸਾਧ ਸੰਗਤ ਗੁਰੂ ਸਾਹਿਬ ਦੀ ਚਰਨ ਪਾਉ ਲੈ ਕੇ ਮੁਗਲ ਵੀ ਸਿੱਖ ਬਣ ਗਿਆ। ਇਹ ਬੇਨਤੀ ਹੈ ਕਿ ਆਪਾਂ ਜਿਹੜੀ ਓਟ ਹੈ ਆਸਰਾ ਇੱਕ ਗੁਰੂ ਦਾ ਤੱਕੀਏ, ਇਹ ਮਨ ਵਿੱਚ ਆਸ ਰੱਖੀਏ, ਇੱਕੋ ਹੈ ਭਾਈ ਇੱਕੋ ਹੈ, ਸਾਹਿਬ ਮੇਰਾ ਇੱਕੋ ਹੈ। ਜਿਹੜਾ ਲੋਕ ਵਿੱਚ ਵੀ ਰੱਖਿਆ ਕਰਨ ਵਾਲਾ ਹੈ ਤੇ ਪਰਲੋਕ ਵਿੱਚ ਵੀ, ਜਿਹੜਾ ਗੁਰੂ ਦੀ ਟੇਕ ਲੈਂਦਾ ਹੈ ਗੁਰੂ ਉਹਦੀ ਹਮੇਸ਼ਾ ਰੱਖਿਆ ਕਰਦਾ ਹੈ। ਇਹ ਪ੍ਰਸੰਗ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕੀਤੀ ਸੀ। ਆਓ ਜਿਸ ਤਰ੍ਹਾਂ ਕਿ ਲੜੀਵਾਰ ਕਥਾ ਆ ਰਹੀ ਹੈ, ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ ਸਤਿਗੁਰੂ ਸਾਹਿਬ ਜੀ ਦਾ ਅੰਮ੍ਰਿਤਮਈ ਜਸ ਕੰਨਾਂ ਨੂੰ ਡੂਨੇ ਬਣਾ ਕੇ ਇਸ ਅੰਮ੍ਰਿਤ ਨੂੰ ਪੀਣ ਦਾ ਯਤਨ ਕਰੀ। ਆਪ ਸਾਰੀ ਹੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਪ੍ਰਤਾਪੂ ਸਿੱਖ ਚਲੇ ਆਇਓ। ਇਹ ਭਾਈ ਪ੍ਰਤਾਪੂ ਗੁਰੂ ਸਾਹਿਬ ਜੀ ਦਾ ਸਿੱਖ ਹੈ। ਇਹ ਚੱਲ ਕੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਇਆ ਹੈ। ਸਤਿਗੁਰ ਆਗੇ ਸੀਸ ਨਿਵਾਇਓ। ਭਾਈ ਪ੍ਰਤਾਪੂ ਜੀ ਨੇ ਆ ਕੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਜੇ ਚਰਨਾਂ ਵਿੱਚ ਨਮਸਕਾਰ ਕੀਤੀ ਹੈ। ਹੱਥ ਜੋੜ ਅਰਜੀ ਇਮ ਕਹੀ। ਦੋਨੋਂ ਹੱਥ ਜੋੜ ਕੇ ਭਾਈ ਪ੍ਰਤਾਪੂ ਜੀ ਸਤਿਗੁਰਾਂ ਅੱਗੇ ਬੇਨਤੀ ਕਰਨ ਲੱਗੇ, ਹਮਰੀ ਬ੍ਰਿਤ ਸ਼ਸਤਰ ਕੀ ਆਹੀ। ਭਾਈ ਪ੍ਰਤਾਪੂ ਜੀ ਇਹ ਯੋਧੇ ਹਨ, ਸੂਰਮੇ ਹਨ। ਤੇ ਕਹਿਣ ਲੱਗਾ ਮਹਾਰਾਜ, ਕਿਉਂਕਿ ਜਿੱਦਾਂ ਦੀ ਜਿਸ ਦੀ ਕਿਰਤ ਹੋਵੇ, ਕੰਮ ਹੋਵੇ, ਉਹਦੀ ਬਿਰਤੀ ਵੀ ਉਸੇ ਤਰ੍ਹਾਂ ਦੀ ਹੁੰਦੀ। ਵਿਦਵਾਨ ਕਹਿੰਦੇ ਨੇ ਕਿ ਜਿੱਦਾਂ ਦੀ ਮਨੁੱਖ ਦੀ ਬਿਰਤੀ ਹੈ ਉੱਦਾਂ ਦਾ ਹੀ ਉਹਦਾ ਕੰਮਕਾਰ ਹੁੰਦਾ ਹੈ ਤੇ ਫੇਰ ਹੀ ਸਿਰੇ ਚੜ੍ਹਦਾ ਹੈ ਨਾ। ਜੇ ਬੰਦੇ ਦੀ ਬਿਰਤੀ ਹੋਰ ਹੋਵੇ, ਧਿਆਨ ਕਿਸੇ ਹੋਰ ਪਾਸੇ ਜਾਂਦਾ ਹੋਵੇ ਤੇ ਕੰਮ ਕੋਈ ਹੋਰ ਸ਼ੁਰੂ ਕਰ ਲਵੇ ਤੇ ਉਹਦੇ ਵਿੱਚ ਉਹਨੂੰ ਸਫਲਤਾ ਨਹੀਂ ਮਿਲਦੀ। ਇਸ ਲਈ ਜਿਹੜਾ ਸੂਰਮਾ ਹੈ ਤੇ ਉਹ ਫਿਰ ਸ਼ਸਤਰਧਾਰੀ ਹੁੰਦਾ ਹੈ। ਕਹਿਣ ਲੱਗਾ ਮਹਾਰਾਜ ਮੇਰੀ ਬਿਰਤੀ ਹੈ ਸ਼ਸਤਰਧਾਰੀ, ਤੇ ਆਪ ਜੀ ਕਿਰਪਾ ਕਰੋ ਮੇਰੇ ਤਾਈਂ ਉਪਦੇਸ਼ ਦੇਵੋ, ਜਿਸ ਉਪਦੇਸ਼ ਦੇ ਨਾਲ ਮੇਰੀ ਕਲਿਆਣ ਹੋ ਜਾਵੇ। ਕਿਉਂਕਿ ਜਿਹੜੇ ਸਿੱਖ ਦੂਰ ਦਰਾੜਿਓਂ ਚੱਲ ਕੇ ਆਉਂਦੇ ਨੇ ਨਾ, ਉਹਨਾਂ ਨੂੰ ਪਤਾ ਹੈ ਕਿ ਗੁਰੂ ਸਮਰੱਥ ਹੈ, ਬੰਧਨ ਕਾਟਨਹਾਰ ਸੁਆਮੀ। ਗੁਰਦੇਵ ਬੰਧਨ ਕੱਟਦੇ ਹਨ ਜਨਮ ਮਰਨ ਦੇ। ਛੋਟੀਆਂ ਮੋਟੀਆਂ ਵਸਤੂਆਂ ਆ ਕੇ ਮੰਗੀਏ, ਚਲੋ ਮੰਗਣਾ ਤੇ ਗੁਰੂ ਤੋਂ ਹੀ ਹੈ, ਪਰ ਜਿੱਡੇ ਵੱਡੇ ਮਾਲਕ ਕੋਲ ਜਾਈਏ ਉਨੀ ਵੱਡੀ ਦਾਤ ਵੀ ਤਾਂ ਮੰਗਣੀ ਚਾਹੀਦੀ ਹੈ। ਤੇ ਸਭ ਤੋਂ ਵੱਡੇ ਦਾਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਪ੍ਰਤੱਖ ਹਾਰ ਨੇ। ਤੇ ਹਰੀ ਕੋਲ ਆ ਕੇ ਮੰਗਣਾ ਕੀ ਹੈ, ਇਹ ਮੰਗਣ ਦੀ ਜਾਚ ਵੀ ਸਾਨੂੰ ਸਤਿਗੁਰਾਂ ਨੇ ਬਾਣੀ ਵਿੱਚ ਦੱਸੀ ਹੈ। ਮੰਗ ਨਾ ਮੰਗਨ ਨੀਕਾ ਹਰ ਜਸ, ਗੁਰ ਤੇ ਮੰਗਨ। ਉਹਦਾ ਜਸ ਮੰਗੀਏ, ਉਹਦਾ ਨਾਮ ਮੰਗੀਏ, ਜਿਹਦੇ ਨਾਲ ਲੋਕ ਵਿੱਚ ਵੀ ਭਲਾ ਤੇ ਪਰਲੋਕ ਵਿੱਚ ਵੀ ਸਾਡਾ ਭਲਾ ਹੋਵੇ। ਭਾਈ ਪ੍ਰਤਾਪੂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਮੇਰੀ ਬਿਰਤੀ ਜਿਹੜੀ ਹੈ ਉਹ ਸ਼ਸਤਰਧਾਰੀ ਹੈ। ਜਿਸ ਬਿਦ ਹਵੈ ਪ੍ਰਤਾਪ ਕਲਿਆਣਾ। ਮੇਰੀ ਕਾਰ ਹੈ ਸ਼ਸਤਰਧਾਰੀ। ਤੇ ਮਹਾਰਾਜ ਕਿਰਪਾ ਕਰਕੇ ਮੈਨੂੰ ਐਸਾ ਉਪਦੇਸ਼ ਦੇਵੋ ਜਿਹਦੇ ਨਾਲ ਮੇਰੀ ਕਲਿਆਣ ਹੋ ਜਾਵੇ। ਆਪ ਕਰੋ ਉਪਦੇਸ਼ ਮਹਾਨਾ। ਮਹਾਰਾਜ ਆਪ ਜੀ ਐਸਾ ਮਹਾਨ ਉਪਦੇਸ਼ ਮੇਰੇ ਤਾਈਂ ਬਖਸ਼ੋ। ਸ੍ਰੀ ਮੁਖ ਦੇ ਤਬ ਤਿਸ ਕੋ ਭਾਖਾ। ਭਾਈ ਪ੍ਰਤਾਪੂ ਦੀ ਬੇਨਤੀ ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਪਾਵਨ ਮੁਖਾਰ ਬੇਨਤੋਂ ਇਹ ਉਪਦੇਸ਼ ਦਿੱਤਾ ਹੈ। ਆਏ ਕਾਲ ਜਬ ਕੋਈ ਨ ਰਾਖਾ। ਸਤਿਗੁਰੂ ਜੀ ਕਹਿੰਦੇ ਸਭ ਤੋਂ ਪਹਿਲੀ ਗੱਲ ਸੂਰਮੇ ਦੇ ਇਹ ਮਨ ਵਿੱਚ ਹੋਣੀ ਚਾਹੀਦੀ ਹੈ, ਕਿਉਂਕਿ ਸੂਰਮਾ ਤੇ ਉਹ ਹੈ ਨਾ ਜਿਹੜਾ ਕਿਸੇ ਦਾ ਵੀ ਡਰ ਆਪਣੇ ਮਨ ਵਿੱਚ ਨਹੀਂ ਰੱਖਦਾ। ਉਹਦਾ ਇਹ ਭਾਵ ਨਹੀਂ ਹੈ ਕਿ ਉਹ ਪ੍ਰਮਾਤਮਾ ਤੋਂ ਵੀ ਨਹੀਂ ਡਰਦਾ, ਕਿਉਂਕਿ ਜਿਹਨੇ ਨਿਰਮਲ ਭਾਵ ਪ੍ਰਮਾਤਮਾ ਦਾ ਆਪਣੇ ਅੰਦਰ ਰੱਖਿਆ ਹੈ। ਕਿਉਂਕਿ ਭਾਵ ਵੀ ਦੋ ਪ੍ਰਕਾਰ ਦਾ ਹੈ, ਇੱਕ ਸ਼ੁੱਧ ਹੈ, ਇੱਕ ਅਸ਼ੁੱਧ ਹੈ। ਇੱਕ ਜਿਹੜਾ ਪ੍ਰਮਾਤਮਾ ਦਾ ਭਾਵ ਹੈ ਉਹ ਨਿਰਮਲ ਭਾਵ ਹੈ। ਜਿਸ ਤਰ੍ਹਾਂ ਬੱਚੇ ਨੂੰ ਮਾਂ-ਬਾਪ ਦਾ ਡਰ ਹੁੰਦਾ ਹੈ, ਇਹ ਡਰ ਦੇ ਵਿੱਚ ਪਿਆਰ ਵੀ ਹੁੰਦਾ ਹੈ, ਸਤਿਕਾਰ ਵੀ ਹੁੰਦਾ ਹੈ। ਤੇ ਇੱਕ ਖੌਫ ਹੁੰਦਾ ਹੈ ਕਿ ਮੇਰਾ ਕੋਈ ਨੁਕਸਾਨ ਨਾ ਕਰ ਦੇਵੇ, ਉਹ ਡਰ ਵੈਰੀਆਂ ਤੋਂ ਹੁੰਦਾ ਹੈ। ਇਸ ਲਈ ਜਿਹੜੇ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਿਰਮਲ ਭਾਵ ਆਪਣੇ ਵਿੱਚ ਰੱਖਦੇ ਨੇ ਨਾ, ਤੇ ਆਪਾਂ ਰੋਜ਼ ਗੁਰੂ ਸਾਹਿਬ ਜੀ ਦਾ ਬਚਨ ਪੜ੍ਹਦੇ ਹਾਂ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ,
ਤਿਨ ਕਾ ਭਾਉ ਸਭ ਗਵਾਸੀ। ਜਿਨ੍ਹਾਂ ਨੇ ਹਰੀ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਿਰਮਲ ਭਾਉ ਆਪਣੇ ਮਨ ਵਿੱਚ ਰੱਖਿਆ, ਜਦੋਂ ਕਿਸੇ ਨਾਲ ਪਿਆਰ ਹੋਵੇ ਨਾ ਤੇ ਉਦੋਂ ਫਿਰ ਪਿਆਰ ਦੇ ਨਾਲ ਮਨ ਵਿੱਚ ਇੱਕ ਨਿਰਮਲ ਭਾਉ ਡਰ ਵੀ ਰਹਿੰਦਾ ਹੈ। ਉਹ ਕਿਉਂ? ਕਿ ਸਾਡੇ ਕੋਲੋਂ ਕਿਤੇ ਕੋਈ ਗਲਤੀ ਨਾ ਹੋਵੇ, ਜਿਸ ਗਲਤੀ ਕਰਕੇ ਸਾਡੀ ਦੇ ਨਾਲੋਂ ਦੂਰੀ ਕਿਤੇ ਪੈ ਜਾਵੇ। ਇਹ ਵੀ ਆਪਾਂ ਧਿਆਨ ਰੱਖਦੇ ਹਾਂ। ਧਿਆਨ ਉੱਥੇ ਰੱਖਦੇ ਹਾਂ ਜਿੱਥੇ ਬਹੁਤਾ ਪਿਆਰ ਹੋਵੇ। ਤੇ ਜਦੋਂ ਪਰਮਾਤਮਾ ਨਾਲ ਪ੍ਰੇਮ ਕਰੀਏ ਤੇ ਮਨ ਵਿੱਚ ਬਾਰ-ਬਾਰ ਇਹ ਗੱਲਾਂ ਦਾ ਧਿਆਨ ਆਉਂਦਾ ਕਿ ਸਾਡੇ ਤੋਂ ਕਿਤੇ ਕੋਈ ਮਾੜਾ ਕਰਮ ਨਾ ਹੋਵੇ, ਕਿਸੇ ਦਾ ਦਿਲ ਨਾ ਦੁਖਾਈਏ, ਕਿਤੇ ਕੋਈ ਅਸੀਂ ਚੋਰੀ ਨਾ ਕਰੀਏ, ਮਾੜੇ ਕਰਮ ਨਾ ਕਰੀਏ ਜਿਹਦੇ ਨਾਲ ਸਾਡੀ ਪਰਮਾਤਮਾ ਤੋਂ ਦੂਰੀ ਨਾ ਬਣੇ। ਇਸ ਲਈ ਮਹਾਰਾਜ ਕਹਿੰਦੇ ਹਨ ਕਿ ਜਿਹੜਾ ਸੂਰਮਾ ਹੈ, ਬਾਕੀ ਸੰਸਾਰਿਕ ਲੋਕ ਆਪਾਂ ਦੇਖਦੇ ਹਾਂ ਹਰੇਕ ਬੰਦੇ ਨੂੰ ਕਿਸੇ ਦਾ ਡਰ ਜ਼ਰੂਰ ਹੈ। ਜੇ ਕੋਈ ਬੰਦਾ ਛੋਟਾ ਅਹੁਦੇ 'ਤੇ ਨੌਕਰੀ ਕਰ ਰਿਹਾ ਤੇ ਉਸ ਨੂੰ ਆਪਣੇ ਮਾਲਕ ਦਾ ਡਰ ਹੈ, ਮਾਲਕ ਨੂੰ ਉੱਤੇ ਬੈਠੇ ਹੋਏ ਮਾਲਕ ਦਾ ਡਰ ਹੈ। ਜੇ ਜਾਨਵਰਾਂ ਵੱਲ ਦੇਖ ਲਈਏ ਤੇ ਛੋਟਾ ਜਾਨਵਰ ਵੱਡੇ ਤੋਂ ਡਰਦਾ ਹੈ, ਵੱਡਾ ਉਸ ਤੋਂ ਵੱਡੇ ਤੋਂ ਡਰਦਾ ਹੈ। ਇਸ ਲਈ ਹਰੇਕ ਮਨੁੱਖ ਦੇ ਅੰਦਰ ਭੈ ਹੈ। ਪਰ ਗੁਰਦੇਵ ਕਹਿੰਦੇ ਨੇ ਸਭ ਤੋਂ ਵੱਡਾ ਭੈ ਕੀ ਹੈ? ਉਹ ਬੰਦੇ ਦੇ ਅੰਦਰ ਮੌਤ ਦਾ ਭੈ, ਮੌਤ ਦਾ ਖੌਫ ਹੈ। ਮਹਾਰਾਜ ਕਹਿੰਦੇ ਜਿਹੜਾ ਸੂਰਮਾ ਹੈ ਤੇ ਉਹ ਮੌਤ ਦਾ ਵੀ ਭੈ ਨਹੀਂ ਮੰਨਦਾ। ਕਿਉਂ? ਆਏ ਕਾਲ ਜਬ ਕੋਈ ਨਾ ਰੱਖ। ਜਦੋਂ ਮੌਤ ਆਉਂਦੀ ਹੈ ਨਾ ਤੇ ਫਿਰ ਰੱਖਿਆ ਕਰਨ ਵਾਲਾ ਕੋਈ ਨਹੀਂ ਹੁੰਦਾ। ਇਸ ਕਰਕੇ ਸੂਰਮੇ ਨੂੰ ਪਤਾ ਹੈ ਕਿ ਜਿੱਦਣ ਮੌਤ ਆਉਣੀ ਹੈ ਉਦਣ ਆਉਣੀ ਹੀ ਆਉਣੀ ਹੈ। ਤੇ ਜੇ ਬੰਦਾ ਕਵੇ ਕਿ ਮੇਰਾ ਫਲਾਣਾ ਰਾਖਾ ਹੈ, ਨਹੀਂ, ਜਦੋਂ ਕਾਲ ਆਉਂਦਾ ਹੈ, ਮੌਤ ਆਉਂਦੀ ਹੈ ਤੇ ਉਹਨੂੰ ਬਚਾ ਕੋਈ ਨਹੀਂ ਸਕਦਾ। ਜੇ ਕਰ ਕਾਲ ਨਹੀਂ ਇਸ ਆਵਾ। ਪਰ ਜੇ ਮਨੁੱਖ ਨੂੰ ਉਹਦਾ ਅੰਤਲਾ ਸਮਾਂ ਹਲੇ ਨਹੀਂ ਲਿਖਿਆ, ਉਹਦਾ ਹਲੇ ਕਾਲ ਨਹੀਂ ਆਇਆ, ਤੋ ਰਾਖੋ ਨਿਤ ਕਾਲ ਰਹਾਵਾ। ਉਹਨਾਂ ਸਮਾਂ ਮਨੁੱਖ ਦੀ ਰੱਖਿਆ ਕਾਲ ਆਪ ਕਰਦਾ ਹੈ। ਜਿੰਨਾ ਚਿਰ ਬੰਦੇ ਦੀ ਉਮਰ ਵਧੀ ਹੈ ਉਹਨਾਂ ਚਿਰ ਕਾਲ ਆਪ ਰੱਖਿਆ ਕਰਦਾ ਹੈ। ਤੇ ਜਦੋਂ ਉਹਦਾ ਅਖੀਰਲਾ ਸਮਾਂ ਆ ਜਾਂਦਾ ਹੈ ਤੇ ਕਾਲ ਸਿਰ ਤੇ ਹੁੰਦਾ ਹੈ। ਗੁਰੂ ਸਾਹਿਬ ਜੀ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਭਾਈ ਰੇ ਇਉਂ ਜਾਣੋ ਸਰਕਾਲ, ਜਿਉਂ ਮੱਛੀ ਤਿਉਂ ਮਾਨਸਾ ਪਵੈ ਅਚਿੰਤਾ ਜਾਲ। ਅਚਿੰਤਾ ਜਾਲ ਦਾ ਭਾਵ ਹੈ ਕਿ ਜਿਸ ਤਰ੍ਹਾਂ ਮੱਛੀ ਉੱਤੇ ਸ਼ਿਕਾਰੀ ਅਚਨਚੇਤ ਜਾਲ ਪਾ ਦਿੰਦਾ ਹੈ ਤੇ ਮੱਛੀ ਨੂੰ ਕੋਈ ਪਤਾ ਨਹੀਂ ਕਿ ਉਹਦੇ ਤੇ ਕਦੋਂ ਜਾਲ ਪੈ ਜਾਵੇ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਬਚਨ ਹਨ ਕਿ ਜਿਹੜਾ ਕਾਲ ਹੈ ਉਹ ਵੀ ਆਪਣਾ ਜਾਲ ਲੈ ਕੇ ਬੈਠਾ ਹੈ ਤੇ ਕੋਈ ਪਤਾ ਨਹੀਂ ਉਹਨੇ ਕਦੋਂ ਸਾਡੇ ਜੀਵ ਆਤਮਾ ਦੇ ਉੱਤੇ ਜਾਲ ਪਾ ਦੇਣਾ ਤੇ ਜੀਵ ਆਤਮਾ ਨੂੰ ਕੱਢ ਕੇ ਉਹਨੇ ਲੈ ਜਾਣਾ। ਇਸ ਲਈ ਜਦੋਂ ਕਾਲ ਆਉਂਦਾ ਹੈ, ਮੌਤ ਆਉਂਦੀ ਹੈ, ਰੱਖਿਆ ਕੋਈ ਨਹੀਂ ਕਰ ਸਕਦਾ, ਕੋਈ ਬਚਾ ਨਹੀਂ ਸਕਦਾ। ਪਰ ਜਿੰਨਾ ਚਿਰ ਬੰਦੇ ਦਾ ਸਮਾਂ ਵਧਿਆ ਹੈ ਉਹਨਾਂ ਚਿਰ ਬੰਦੇ ਦੀ ਕਾਲ ਆਪ ਰੱਖਿਆ ਕਰਦਾ ਹੈ। ਜਾ ਤੇ ਧਰੈ ਧਰਮ ਨਿਜ ਜੋਧਾ। ਇਸ ਲਈ ਜਿਹੜਾ ਸੂਰਮਾ ਹੈ, ਮਹਾਰਾਜ ਕਹਿੰਦੇ ਉਹ ਸਦਾ ਧਰਮੀ ਬਣ ਕੇ ਰਹਿੰਦਾ ਹੈ। ਜਦੋਂ ਬੰਦਾ ਇਹ ਵੀ ਸੂਰਮਿਆਂ ਵਾਲੇ ਕਰਮ ਨੇ ਜੀ ਕਿ ਪਰਾਏ ਹੱਕ ਨੂੰ ਵੇਖ ਕਰਕੇ ਆਪਣਾ ਮੂੰਹ ਪਾਸੇ ਕਰ ਲੈਣਾ ਕਿ ਮੇਰੇ ਲਈ ਜ਼ਹਿਰ ਹੈ। ਇਹ ਬੜਾ ਵੱਡਾ ਸੂਰਮਿਆਂ ਵਾਲਾ ਕਰਮ ਹੈ। ਕਿਉਂ? ਕਿਉਂਕਿ ਮਾਇਆ ਦੇ ਕਰਕੇ ਤਾਂ ਵੱਡੇ ਵੱਡਿਆਂ ਦਾ ਮਨ ਲਲਚਾ ਜਾਂਦਾ ਹੈ ਤਾਂ ਲੋਭ ਹੀ ਨਾ। ਤੇ ਜਿਹਨੇ ਆਪਣੇ ਵਕਾਰਾਂ ਨੂੰ ਖਤਮ ਕੀਤਾ, ਵਕਾਰਾਂ ਨੂੰ ਜਿੱਤ ਲਿਆ, ਉਹ ਵੱਡੇ ਸੂਰਮੇ ਨੇ। 2-4 ਦੇ ਨਾਲ 50 ਨਾਲ ਲੜਨ ਵਾਲਾ ਕਵੇ ਮੈਂ ਸੂਰਮਾ ਤੇ ਵਕਾਰਾਂ ਦੇ ਅਧੀਨ ਹੋ ਕੇ ਮਾਰ ਖਾ ਜਾਵੇ ਤੇ ਉਹ ਕਾਹਦਾ ਸੂਰਮਾ ਸੀ? ਗੁਰੂ ਸਾਹਿਬ ਜੀ ਨੇ ਤਾਂ ਸੂਰਮਾ ਉਹਨੂੰ ਕਿਹਾ, ਜਾ ਕੋ ਹਰ ਰੰਗ ਲਾਗੂ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ। ਉਹ ਸੂਰਮਾ ਫਿਰ ਆਤਮ ਜਿਹੜਾ ਸਗਲ ਵਸ ਤਾਕ, ਆਪਣੀ ਆਤਮਾ ਨੂੰ ਜਿੱਤ ਲੈਂਦਾ, ਮਨ ਨੂੰ ਜਿੱਤ ਲੈਂਦਾ ਹੈ, ਉਹ ਹੈ ਸੂਰਮਾ। ਇਸ ਲਈ ਗੁਰਦੇਵ ਕਹਿੰਦੇ ਹਨ ਕਿ ਜਦੋਂ ਮਨੁੱਖ ਨੂੰ ਸਮਾਂ ਇਸ ਤਰ੍ਹਾਂ ਦਾ ਉਹਦੇ ਤੇ ਆਉਂਦਾ ਹੈ, ਜਾਂ ਤੇ ਧਰਮ ਨਿਜ ਜੋਧਾ। ਜਿਹੜਾ ਸੂਰਮਾ ਹੈ ਉਹ ਹਮੇਸ਼ਾ ਯੋਧਾ ਬਣ ਕੇ ਰਹਿੰਦਾ ਹੈ। ਉਹ ਕਿਸੇ ਦਾ ਖੌਫ ਆਪਣੇ ਮਨ 'ਚ ਨਹੀਂ ਰੱਖਦਾ। ਕੌਣ? ਜਿਹਦੇ ਅੰਦਰ ਪਰਮਾਤਮਾ ਦਾ ਨਿਰਮਲ ਭਾਵ ਹੈ। ਨਹੀਂ ਯੁੱਧ ਮਹਿ ਤਿਆਗਹਿ ਕ੍ਰੋਧਾ। ਫਿਰ ਯੁੱਧ ਦੇ ਵਿੱਚ ਵੀਰ ਰਸ ਨੂੰ ਤਿਆਗਦਾ ਨਹੀਂ ਹੈ। ਇਹ ਨਹੀਂ ਕਿ ਜੇ ਕਿਤੇ ਥੋੜੇ ਦੇਖੇ ਤੇ ਚੜ੍ਹਾਈ ਕਰ ਦਿੱਤੀ ਤੇ ਬਹੁਤਿਆਂ ਦਾ ਇਕੱਠ ਦੇਖਿਆ ਤੇ ਪਿੱਠ ਦੇ ਕੇ ਭੱਜ ਗਏ। ਇਹ ਸੂਰਮਿਆਂ ਦਾ ਕਰਮ ਨਹੀਂ ਹੁੰਦਾ। ਸੂਰਮਾ ਜਿਹੜਾ ਹੈ ਉਹ ਧਰਮ ਯੁੱਧ ਜਿਹੜਾ ਹੈ ਚਾਉ ਨਾਲ ਕਰਦਾ ਹੈ। ਤੇ ਫਿਰ ਧਰਮ ਯੁੱਧ ਜਦੋਂ ਲੜਦਾ ਹੈ ਤੇ ਉਹਦਾ ਵੀਰ ਰਸ ਉਹਨਾਂ ਚਿਰ ਸ਼ਾਂਤ ਨਹੀਂ ਹੁੰਦਾ ਜਿੰਨਾ ਚਿਰ ਜਾਂ ਉਹ ਵੀਰਗਤੀ ਨੂੰ ਨਾ ਪਾ ਜਾਵੇ ਤਾਂ ਜਾਂ ਜਿੱਤ ਨਾ ਪ੍ਰਾਪਤ ਕਰ ਲਏ। ਸੰਤ ਅਤਿਥ ਦਿਜ ਤੈਨੂੰ ਰੰਕ। ਸੂਰਮਾ ਹੈ ਕੌਣ? ਮਹਾਰਾਜ ਕਹਿੰਦੇ ਸੰਤ। ਸੰਤ ਕੌਣ ਹਨ? ਨਾਮ ਜਪਣ ਵਾਲੇ। ਅਤਿਥ ਕੌਣ ਹਨ? ਲੋੜਵੰਦ, ਗਰੀਬ ਜਿਹੜੇ ਹਨ। ਫਿਰ ਅੱਗੇ ਗੁਰੂ ਸਾਹਿਬ ਜੀ ਨੇ ਕਿਹਾ ਹੈ
ਗਿਆਨਵਾਨ ਹਨ ਜਿਹੜੇ ਧਰਮੀ, ਤੇ ਤੈਨੂੰ ਨਾਮ ਗਊਦਾ ਹੈ। ਇਹਨੇ ਵਿਚਾਰੀ ਨੇ ਕਿਸੇ ਦਾ ਕੀ ਵਿਗਾੜਿਆ, ਸਗੋਂ ਦੁੱਧ ਹੀ ਦਿੰਦੀ ਹੈ ਨਾ। ਇਸ ਕਰਕੇ ਫਿਰ ਅੱਗੇ ਰੰਕ ਜਿਹੜਾ ਕੰਗਾਲ ਹੈ, ਗਰੀਬ ਹੈ, ਜੋ ਇਨਕੋ ਦੁਖ ਦੇਹ ਆਤੰਕ, ਜਿਹੜਾ ਇਹਨਾਂ ਨੂੰ ਦੁੱਖ ਦਿੰਦਾ ਹੈ। ਜਦੋਂ ਆਪਾਂ ਦੇਖਦੇ ਹਾਂ ਕਿ ਬੰਦਾ ਕਿਸੇ ਅਹੁਦੇ ਤੇ ਹੋਵੇ ਜਾਂ ਬੰਦੇ ਕੋਲ ਕੋਈ ਤਾਕਤ ਹੋਵੇ, ਤੇ ਫਿਰ ਬਹੁਤ ਔਖਾ ਹੈ ਕਿ ਇਸ ਤਾਕਤ ਨੂੰ ਸੰਭਾਲ ਕੇ ਰੱਖਣਾ। ਜਿਹਨੂੰ ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ ਅਜਰ ਨੂੰ ਜਰ ਲੈਣਾ, ਇਹ ਬਹੁਤ ਔਖਾ ਹੈ। ਇਹ ਸੂਰਮਾ ਜਿਹੜਾ ਹੈ ਇਹਨੂੰ ਜਰਦਾ ਹੈ। ਤੇ ਫਿਰ ਜਿਹੜਾ ਸੰਤ ਨੂੰ, ਨਾਮ ਜਪਣ ਵਾਲੇ ਨੂੰ, ਕਿਸੇ ਗਰੀਬ ਨੂੰ, ਲੋੜਵੰਦ ਨੂੰ ਤੰਗ ਕਰਦਾ ਹੈ, ਤੇ ਫਿਰ ਸੂਰਮਾ ਆਪਣੇ ਹੱਥ ਦੇ ਨਾਲ ਸ਼ਸਤਰ ਚੁੱਕਦਾ ਹੈ। ਦਹਾਂ ਧਰਮ ਕੋ ਜੰਗ ਮਚਾਵਾ, ਉੱਥੇ ਫਿਰ ਜਿਹੜਾ ਸੂਰਮਾ ਹੈ ਉਹ ਧਰਮ ਯੁੱਧ ਲੜਦਾ ਹੈ। ਘਣੇ ਕੇ ਥੋਰੇ ਨਹਿ ਮਨ ਲਿਆਵਾ, ਫਿਰ ਸੂਰਮਾ ਆਪਣੇ ਮਨ 'ਚ ਨਹੀਂ ਲਿਆਂਦਾ ਕਿ ਘਣੇ ਬਹੁਤੇ ਹਨ ਕਿ ਥੋੜੇ ਨੇ। ਇਹ ਦੇਖਣਾ ਤੇ ਉਹਨਾਂ ਦਾ ਕੰਮ ਹੁੰਦਾ ਹੈ, ਜਿਹੜੇ ਰਾਜਨੀਤਿਕ ਲੋਕ ਨੇ ਜਾਂ ਸਿਆਸੀ ਹਨ, ਕਿ ਥੋੜੇ ਨੇ ਚੜ੍ਹਾਈ ਕਰ ਦਓ ਤੇ ਬਹੁਤੇ ਨੇ ਤੇ ਭੱਜ ਜਾਓ। ਨਹੀਂ, ਸੂਰਮਾ ਇਹ ਨਹੀਂ ਕਿ ਨਜਾਇਜ਼ ਹੀ ਆਪਣੇ ਹੱਥ ਵਿੱਚ ਸ਼ਸਤਰ ਲੈ ਕੇ ਤੇ ਹਰੇਕ ਨੂੰ ਲਲਕਾਰਦਾ ਫਿਰੇ ਕਿ ਮੇਰੇ ਕੋਲ ਸ਼ਸਤਰ ਹੈ ਤੇ ਆਓ ਮੇਰੇ ਨਾਲ ਜੰਗ ਕਰੋ। ਇਸ ਤਰ੍ਹਾਂ ਨਹੀਂ। ਇਹ ਸ਼ਸਤਰ ਕਦੋਂ ਚੁੱਕਦਾ ਹੈ? ਜਦੋਂ ਕੋਈ ਸੰਤ ਨੂੰ, ਕਿਸੇ ਲੋੜਵੰਦ ਨੂੰ, ਕਿਸੇ ਗਿਆਨਵਾਨ ਨੂੰ ਜਾਂ ਕਿਸੇ ਗਰੀਬ ਨੂੰ, ਗਊ ਗਰੀਬ ਦੇ ਉੱਤੇ ਕੋਈ ਜ਼ੁਲਮ ਕਰਦਾ ਹੈ, ਉਦੋਂ ਫਿਰ ਸੂਰਮਾ ਸਾਹਮਣੇ ਹੋ ਕੇ ਲੜਦਾ ਹੈ। ਤੇ ਫਿਰ ਸਾਹਮਣੇ ਹੋ ਕੇ ਲੜਨ ਵਾਲਾ ਸੂਰਮਾ ਜਿਹੜਾ ਨਾ ਬਹੁਤੇ ਅਤੇ ਥੋੜੇ ਬਹੁਤਿਆਂ ਦੀ ਪਰਵਾਹ ਨਹੀਂ ਕਰਦਾ। ਇਸੇ ਸਟੇਜ ਤੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਐਲਾਨ ਕਰਿਆ ਕਰਦੇ ਸਨ ਕਿ ਜੇ ਕੋਈ ਜਰਵਾਣਾ ਇੱਧਰ ਨੂੰ ਚੜ੍ਹ ਕੇ ਆਵੇਗਾ, ਫੌਜਾਂ ਲੈ ਕੇ ਆਵੇਗਾ, ਤੇ ਇੱਕ ਵਾਰੀ ਇਹ ਇਤਿਹਾਸ ਫਿਰ ਦੁਹਰਾਇਆ ਜਾਵੇਗਾ ਚਮਕੌਰ ਦੀ ਗੜੀ ਵਾਲਾ। ਤੇ ਜਿਹੜਾ ਬਚਨ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਕੀਤਾ, ਉਹਨਾਂ ਨੇ ਪੂਰਾ ਕਰਕੇ ਵੀ ਦਿਖਾਇਆ। ਭਾਵੇਂ ਹਕੂਮਤ ਨੇ ਭਾਰਤੀ ਫੌਜਾਂ ਦੀ ਗਿਣਤੀ ਹਜ਼ਾਰਾਂ ਦੀ ਸੀ, ਇੱਧਰ ਸਿੰਘਾਂ ਦੀ ਗਿਣਤੀ ਬਹੁਤ ਥੋੜੀ ਸੀ, ਪਰ ਜਿਹੜਾ ਸੂਰਮਾ ਹੈ ਮਹਾਰਾਜ ਕਹਿੰਦੇ ਵਿਚਾਰ ਨਹੀਂ ਕਰਦਾ ਥੋੜੇ ਕਿ ਬਹੁਤੇ ਹਨ, ਘਨੇ ਕਿ ਥੋੜੇ ਨਹਿ ਮਨ ਲਿਆਵੇ। ਬਹੁਤੇ ਹਨ ਜਾਂ ਥੋੜੇ ਹਨ, ਕਦੇ ਆਪਣੇ ਮਨ ਵਿੱਚ ਕਰਦਾ ਹੈ। ਖਾਣ ਪਾਣ ਵਸਤਰਨ ਧਨ ਜਾਣ, ਹਾਂ, ਭੋਜਨ ਪ੍ਰਸ਼ਾਦੇ ਦਾ, ਵਸਤਰਾਂ ਦਾ, ਧਨ ਦਾ, ਜਿੰਨਾ ਵੀ ਦਾਨ ਹੋ ਸਕੇ ਸੂਰਮਾ ਦਾਨੀ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਨਵੇਂ ਸਤਿਗੁਰੂ ਤਾਂ ਇੰਨੇ ਵੱਡੇ ਦਾਨੀ ਨੇ ਕਿ ਜੇ ਕਿਸੇ ਨੇ ਆ ਕੇ ਮਹਾਰਾਜ ਦੇ ਚਰਨਾਂ ਵਿੱਚ ਤਰਲਾ ਲਿਆ, ਕਿਉਂਕਿ ਗੁਰੂ ਸਾਹਿਬ ਜੀ ਦਾ ਆਪਾਂ ਜੀਵਨ ਪੜ੍ਹਦੇ ਹਾਂ, ਜੇ ਉਮਰ ਛੋਟੀ ਸੀ ਤੇ ਬਚਪਨ ਵਿੱਚ ਬਾਬਾ ਗੁਰਦੱਤਾ ਜੀ ਦੀ ਬਰਾਤ ਚੜ੍ਹੀ ਹੈ ਬਟਾਲੇ ਨਗਰ ਨੂੰ, ਤੇ ਉਸ ਵੇਲੇ ਲੋੜਵੰਦ ਬੱਚਾ ਦੇਖ ਕਰਕੇ ਆਪਣੀ ਕੀਮਤੀ ਪੁਸ਼ਾਕ ਉਤਾਰ ਕੇ ਉਸ ਦਾ ਨੰਗੇਜ ਢੱਕ ਦਿੱਤਾ। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਕਸ਼ਮੀਰੀ ਪੰਡਤਾਂ ਨੇ ਆ ਕੇ ਧਰਮ ਦਾ ਵਾਸਤਾ ਪਾਇਆ, ਸਤਿਗੁਰਾਂ ਨੇ ਆਪਣੇ ਤਨ ਦਾ ਠੀਕਰਾ ਜਿਹੜਾ ਸੀ ਉਹ ਭੰਨਿਆ। ਜਿਹੜਾ ਬਾਦਸ਼ਾਹ ਸੀ ਉਹਦੇ ਸਿਰ ਦੇ ਉੱਤੇ ਤੇ ਆਪਣੀ ਤਨ ਦੀ ਚਾਦਰ ਬਣਾ ਕਰਕੇ ਸਤਿਗੁਰਾਂ ਨੇ ਹਿੰਦੂ ਧਰਮ ਦੀ, ਸਨਾਤਨ ਧਰਮ ਦੀ ਜਿਹੜੀ ਸੀ ਉਹ ਰੱਖਿਆ ਵੀ ਕੀਤੀ। ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕੀਨੋ ਵੱਡੋ ਕੱਲੂ ਮੈਂ ਸਾਕਾ। ਜਿਹੜਾ ਸੂਰਮਾ ਹੈ ਉਹ ਦਾਨੀ ਵੀ ਹੈ। ਤੇ ਫਿਰ ਦਾਨ ਕਰਨ ਲੱਗਿਆਂ ਧਨ ਦਾ ਦਾਨ, ਭਾਵੇਂ ਵਸਤਰਾਂ ਦਾ ਦਾਨ, ਭੋਜਨ ਦਾ ਦਾਨ, ਜਿੰਨਾ ਦਾਨ ਹੋ ਸਕੇ ਧਰਮੀ ਕਰਦਾ ਹੈ। ਅਖੀਰ ਸੂਰਮਾ ਇੰਨਾ ਵੱਡਾ ਦਾਨੀ ਹੁੰਦਾ ਹੈ, ਕਿਉਂਕਿ ਦਾਨ ਕਰਨਾ ਇਹ ਸੂਮਾਂ ਦਾ ਕੰਮ ਨਹੀਂ ਹੈ, ਦਾਨ ਕਰਨਾ ਅਧਰਮੀਆਂ ਦਾ ਕੰਮ ਨਹੀਂ। ਹਾਂ, ਦਿਖਾਵੇ ਮਾਤਰ ਭਾਵੇਂ ਕਈ ਜਾਣ ਕੇ ਅਸੀਂ ਦਾਨੀ ਹਾਂ ਲੋਕਾਂ ਨੂੰ ਦਿਖਾ ਕੇ, ਪਰ ਜਿਹੜਾ ਸੂਰਮਾ ਹੈ ਉਹ ਅੰਤ ਪਰਯੰਤ ਅਖੀਰ ਆਪਣੇ ਤਨ ਤੱਕ ਨੂੰ ਵੀ ਦਾਨ ਵਿੱਚ ਲਾ ਦਿੰਦਾ ਹੈ। ਕਰਬੇ ਦਾਨ ਸ਼ਸਤਰ ਕੇ ਮਾਹੇ, ਫਿਰ ਗੁਰਦੇਵ ਕਹਿੰਦੇ ਹਨ ਜੋ ਸ਼ਸਤਰਾਂ ਦਾ ਦਾਨ ਕਰਨਾ ਹੈ, ਬਰਕਤ ਹੋਏ ਨਿਫਲ ਹੋਏ ਨਾਹੀ। ਇਹਦੇ ਵਿੱਚ ਵੀ ਬੜੀ ਵੱਡੀ ਬਰਕਤ ਹੈ ਕਿ ਜਿਹੜੇ ਸੂਰਮੇ ਨੇ ਉਹਨਾਂ ਨੂੰ ਸ਼ਸਤਰ ਦਾਨ ਕੀਤਾ ਜਾਵੇ। ਇਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵਚਨ ਕਹੇ ਸਨ, ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਲਈ ਹੁਕਮਨਾਮੇ ਜਾਰੀ ਕੀਤੇ ਕਿ ਜਿਹੜਾ ਸਾਡੇ ਦਰਸ਼ਨਾਂ ਨੂੰ ਆਵੇ ਉਹ ਸ਼ਸਤਰ ਲੈ ਕੇ ਆਵੇ, ਉਹਦੇ ਤੇ ਸਾਡੀ ਬਹੁਤੀ ਖੁਸ਼ੀ ਹੋਵੇਗੀ। ਮਹਾਰਾਜ ਕਹਿੰਦੇ ਸੂਰਮਾ ਸੂਰਮੇ ਨੂੰ ਸ਼ਸਤਰ ਦਾਨ ਕਰੇ ਤੇ ਇਹਦੇ ਵਿੱਚ ਵੀ ਜਿਹੜਾ ਹੈ ਉਹ ਬਹੁਤ ਵੱਡਾ ਉਹਨੂੰ ਫਲ ਮਿਲਦਾ ਹੈ। ਸੁਜਾਸ ਜਗਤ ਮਹਿ ਸੁਦਾ ਸਮਾਨ, ਉਸ ਦਾ ਸੂਰਮੇ ਦਾ ਜਿਹੜਾ ਜਸ ਹੈ ਉਹ ਸੰਸਾਰ ਵਿੱਚ ਅੰਮ੍ਰਿਤ ਸਮਾਨ ਹੁੰਦਾ ਹੈ। ਅੱਜ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦਾ ਜਸ ਅੰਮ੍ਰਿਤ ਸਮਾਨ ਹੋ ਰਿਹਾ ਹੈ। ਜਾਂ ਜਿੰਨੇ ਵੀ ਸੂਰਮੇ ਹਨ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਾ ਵਾਰਿਆ, ਉਹਨਾਂ ਦਾ ਜਸ ਅੰਮ੍ਰਿਤ ਦੇ ਸਮਾਨ ਹੈ। ਤੇ ਜਿਹੜੇ
ਆਪਣੀ ਜਾਨਾਂ ਨੂੰ ਬਚਾ ਕਰਕੇ ਗਦਾਰੀਆਂ ਕਰਦੇ ਹਨ, ਉਹਨਾਂ ਦਾ ਅਪਜਸ ਵੀ ਸੰਸਾਰ ਵਿੱਚ ਹੁੰਦਾ ਹੈ। ਬਿਖ ਸਮਝ ਅਪਜਸ ਕਰੇ ਸੁਹਾਣ। ਵਿਪਤਾ ਦੇ ਸਮੇਂ ਜਿਹੜਾ ਆਪਣੀ ਜਾਨ ਬਚਾ ਕਰਕੇ ਭੱਜਦਾ ਹੈ ਉਸ ਦਾ ਅਪਜਸ ਹੁੰਦਾ ਹੈ। ਤੇ ਦੇਖਿਆ ਗਿਆ ਹੈ ਕਿ ਜਿਹਦੀ ਲੋਕ ਵਿੱਚ ਜਿਹਦਾ ਜਸ ਹੋਵੇ ਪ੍ਰਲੋਕ ਵੀ ਉਹਦਾ ਸਫਲਾ ਹੁੰਦਾ ਹੈ। ਪਰ ਜਿਸ ਦਾ ਸੰਸਾਰ ਦੇ ਵਿੱਚ ਅਪਜਸ ਹੋਣ ਲੱਗੇ, ਨਿੰਦਿਆ ਹੋਣ ਲੱਗੇ, ਤੇ ਫਿਰ ਕਹਿੰਦੇ ਨੇ ਨਰਕ ਦੀ ਨਿਸ਼ਾਨੀ ਹੁੰਦੀ। ਜਦੋਂ ਦੁਨੀਆ ਵਿੱਚ ਸੰਸਾਰ 'ਚ ਹੀ ਅਪਜਸ ਹੋਣ ਲੱਗ ਪਿਆ, ਨਿੰਦਿਆ ਹੋਣ ਲੱਗ ਪਈ, ਤੇ ਉਹਨੇ ਤੇ ਫਿਰ ਪਤਾ ਹੀ ਹੈ ਨਾ ਕਿ ਕਿੱਧਰ ਨੂੰ ਕੂਚ ਕਰਨਾ ਹੈ। ਇਸ ਲਈ ਮਹਾਰਾਜ ਕਹਿੰਦੇ ਸੂਰਮੇ ਬਣੋ, ਜੇ ਸ਼ਸਤਰ ਧਾਰੀ ਹੋ, ਤੇਰੀ ਬਿਰਤੀ ਸ਼ਸਤਰ ਧਾਰੀ। ਤੇ ਗੁਰੂ ਸਾਹਿਬ ਨੇ ਉਸ ਦੇ ਤਾਈਂ ਉੱਦਾਂ ਦਾ ਉਪਦੇਸ਼ ਦਿੱਤਾ, ਕਿਉਂਕਿ ਜਿਸ ਤਰ੍ਹਾਂ ਦਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਆਇਆ, ਜੇ ਆ ਕੇ ਉਹਨੇ ਕਿਹਾ ਕਿ ਮਹਾਰਾਜ ਮੈਂ ਵੇਦਾਂ ਨੂੰ ਪੜ੍ਹਿਆ, ਮੈਂ ਸ਼ਾਸਤਰ ਪੜ੍ਹੇ, ਤੇ ਮਹਾਰਾਜ ਕਹਿੰਦੇ ਤੂੰ ਅਕਾਲ ਪੁਰਖ ਦੀ ਆਪ ਵੀ ਭਗਤੀ ਕਰ ਤੇ ਦੂਜਿਆਂ ਨੂੰ ਵੀ ਭਗਤੀ ਕਰਨ ਦਾ ਉਪਦੇਸ਼ ਦੇ। ਜੇ ਕੋਈ ਆ ਕੇ ਕਹਿੰਦਾ ਮਹਾਰਾਜ ਮੈਂ ਵਪਾਰੀ ਹਾਂ, ਤੇ ਮਹਾਰਾਜ ਕਹਿੰਦੇ ਤੂੰ ਧਰਮ ਦੀ ਕਿਰਤ ਕਰ। ਧਰਮ ਦੀ ਕਿਰਤ ਕਰਦਿਆਂ ਕਰਦਿਆਂ ਅਕਾਲ ਪੁਰਖ ਵਿੱਚ ਆਪਣੀ ਸੁਰਤ ਜੋੜ, ਤੇਰਾ ਦੁਕਾਨ ਤੇ ਬੈਠਾ ਹੋਇਆ ਪਰਮਾਤਮਾ ਵਿੱਚ ਜੁੜਨਾ ਵੀ ਸਫਲ ਹੈ। ਜਿਹੜਾ ਖੇਤੀ ਕਰਦਾ ਆ, ਮਹਾਰਾਜ ਮੈਂ ਖੇਤੀ ਕਰਦਾ, ਮੈਨੂੰ ਉਪਦੇਸ਼ ਦਿਓ। ਮਹਾਰਾਜ ਕਹਿੰਦੇ ਹਲ ਵਾਹੁੰਦਿਆਂ ਸਿਮਰਨ ਕਰੀ ਜਾ, ਤੇਰਾ ਉੱਥੇ ਹਲ ਵਾਇਆ ਵੀ ਸਫਲਾ ਹੈ। ਤੇ ਜੇ ਕੋਈ ਸ਼ਸਤਰ ਧਾਰੀ ਆਇਆ, ਮਹਾਰਾਜ ਮੈਂ ਸ਼ਸਤਰ ਧਾਰੀ ਹਾਂ, ਸੂਰਮਾ, ਤੇ ਮਹਾਰਾਜ ਕਹਿੰਦੇ ਫਿਰ ਧਰਮ ਯੁੱਧ ਕਰ। ਜੇ ਕੋਈ ਕਿਸੇ ਸੰਤ ਨੂੰ, ਲੋੜਵੰਦ ਨੂੰ, ਗਰੀਬ ਨੂੰ ਤੰਗ ਕਰਦਾ ਹੈ, ਤੇ ਫਿਰ ਸੂਰਮੇ ਦਾ ਫਰਜ਼ ਹੈ ਉੱਥੇ ਖੜ ਕੇ। ਮਹਾਰਾਜ ਕਹਿੰਦੇ ਇਹਨਾਂ ਵਿਚਾਰੇ ਕਿ ਬਹੁਤੇ ਨੇ ਕਿ ਥੋੜੇ ਨੇ, ਉਹਨਾਂ ਦੇ ਨਾਲ ਸਤਿਗੁਰੂ ਕਹਿੰਦੇ ਜ਼ਰੂਰ ਜੰਗ ਕਰੇ ਤੇ ਜਰਵਾਣੇ ਦੇ ਉੱਤੇ ਜਿੱਤ ਪ੍ਰਾਪਤ ਕਰੇ, ਨਹੀਂ ਤਾਂ ਫਿਰ ਵੀਰ ਗਤੀ ਨੂੰ ਪਾਵੇਗਾ। ਲੋਕ ਵਿੱਚ ਵੀ ਜਸ ਹੋਵੇਗਾ ਤੇ ਪਰਲੋਕ ਵਿੱਚ ਵੀ ਉਹਦਾ ਜਸ ਹੋਵੇਗਾ। ਸੰਸਾਰ ਵਿੱਚ ਲੋਕ ਤਾਂ ਬੜੇ ਹੁੰਦੇ ਨੇ ਜਨਮ ਲੈ ਕੇ, ਪਰ ਉਹਨਾਂ ਸੂਰਮਿਆਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਨੇ ਜਿਨ੍ਹਾਂ ਨੇ ਧਰਮ ਦੀ ਖਾਤਰ, ਦੇਸ਼ ਦੀ ਖਾਤਰ, ਮਨੁੱਖਤਾ ਦੀ ਖਾਤਰ ਆਪਣੇ ਪ੍ਰਾਣ ਤੱਕ ਕੁਰਬਾਨ ਕੀਤੇ। ਤੇ ਢਾਡੀ ਉਹਨਾਂ ਦੀਆਂ ਵਾਰਾਂ ਗਾਉਂਦੇ ਨੇ। ਉਹਨਾਂ ਦੀਆਂ ਵਾਰਾਂ ਨਹੀਂ ਗਾਈਆਂ ਜਾਂਦੀਆਂ ਜਿਹੜੇ ਬੈੱਡ ਦੇ ਉੱਤੇ ਬਿਮਾਰੀ ਦੇ ਨਾਲ ਮਰ ਜਾਣ। ਉਹਨਾਂ ਦੀਆਂ ਵਾਰਾਂ ਨਹੀਂ ਗਾਈਆਂ ਜਾਂਦੀਆਂ ਜਿਨ੍ਹਾਂ ਕੋਲ ਬਹੁਤ ਧਨ ਸੀ, ਤੇ ਉਹ ਧਨ ਕੇਵਲ ਆਪਣੇ ਵਾਸਤੇ ਸੀ, ਜਾਂ ਬਹੁਤ ਵੱਡਾ ਅਹੁਦੇਦਾਰ ਸੀ ਕਿ ਉਹਦਾ ਜਸ ਹੋ ਰਿਹਾ। ਜਿਹਨੇ ਧਰਮ ਖਾਤਰ ਕੁਝ ਕੀਤਾ, ਦੇਸ਼ ਖਾਤਰ ਕੁਝ ਕੀਤਾ, ਲੋੜਵੰਦਾਂ ਦੀ ਰੱਖਿਆ ਵਾਸਤੇ ਦਾਨ ਕੀਤਾ, ਪ੍ਰਾਣ ਤੱਕ ਦਿੱਤੇ, ਉਹਨਾਂ ਸੂਰਮਿਆਂ ਦੀਆਂ ਵਾਰਾਂ ਇਸ ਸੰਸਾਰ ਵਿੱਚ ਗਾਈਆਂ ਜਾਂਦੀਆਂ ਨੇ। ਤੇ ਜਿਹੜੇ ਪਿੱਠ ਦੇ ਕੇ ਭੱਜਦੇ ਹਨ, ਉਹਨਾਂ ਦਾ ਇਸ ਸੰਸਾਰ ਵਿੱਚ ਵੀ ਨਿੰਦਿਆ ਹੁੰਦੀ, ਪਰਲੋਕ ਵਿੱਚ ਵੀ ਉਹਨਾਂ ਦਾ ਅਪਜਸ ਹੁੰਦਾ ਹੈ। ਸੁਨ ਪ੍ਰਸੰਨ ਭਾਰਤ ਪ੍ਰਤਾਪੂ। ਇਹ ਸਤਿਗੁਰਾਂ ਦਾ ਬਚਨ ਸੁਣ ਕੇ ਭਾਈ ਪ੍ਰਤਾਪੂ ਨਾਮ ਸੀ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਸੁਣ ਕੇ, ਤੇ ਗੁਰੂ ਸਾਹਿਬ ਜੀ ਦਾ ਜਿਹੜਾ ਤੇਜ ਪ੍ਰਤਾਪ ਸੀ ਉਹ ਦੇਖ ਕਰਕੇ ਬੜਾ ਪ੍ਰਸੰਨ ਹੋਇਆ। ਨਮੋ ਕਰੀ ਗੁਰ ਲਖਿਓ ਪ੍ਰਤਾਪੂ। ਗੁਰੂ ਸਾਹਿਬ ਜੀ ਦਾ ਤੇਜ ਪ੍ਰਤਾਪ ਭਾਈ ਪ੍ਰਤਾਪੂ ਨੇ ਜਾਣਿਆ, ਤੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ। ਨਮਸਕਾਰ ਤੇ ਅਸੀਂ ਵੀ ਕਰਦੇ ਹਾਂ ਨਾ, ਪਰ ਨਮਸਕਾਰ ਕੀਤੀ ਵੀ ਉਹਦੀ ਸਫਲੀ ਹੈ। ਸਤਿਗੁਰੂ ਕਹਿੰਦੇ ਜਿਹੜਾ ਗੁਰੂ ਨੂੰ ਹਰੀ ਦਾ ਰੂਪ ਜਾਣ ਕੇ ਮੱਥਾ ਟੇਕਦਾ, ਫਿਰ ਮੱਥਾ ਟੇਕਣ ਤੋਂ ਭਾਵ ਜੋ ਗੁਰੂ ਸਾਹਿਬ ਉਪਦੇਸ਼ ਦੇਣ ਉਹਨੂੰ ਸਤ ਬਚਨ ਕਹਿ ਕੇ ਕਮਾਉਣ ਦਾ ਯਤਨ ਕਰਦਾ ਹੈ, ਉਹਦਾ ਇੱਥੇ ਸਿਰ ਝੁਕਾਇਆ ਸਫਲਾ ਹੈ। ਇਸ ਲਈ ਭਾਈ ਪ੍ਰਤਾਪੂ ਜੀ ਨੇ ਨਮਸਕਾਰ ਕੀਤੀ, ਗੁਰੂ ਸਾਹਿਬ ਜੀ ਦਾ ਤੇਜ ਪ੍ਰਤਾਪ ਦੇਖਿਆ ਹੈ। ਨੰਦਾ ਵਿਠੜ ਸੁਆਮੀ ਦਾਸ। ਇਹ ਗੁਰਸਿੱਖਾਂ ਦੇ ਨਾਮ ਹਨ, ਭਾਈ ਨੰਦਾ ਵਿਠੜ ਤੇ ਭਾਈ ਸੁਆਮੀ ਦਾਸ ਜੀ। ਬਸੈ ਥਨੇਸਰ ਕਰਹਿ ਆਵਾਸ। ਇਹ ਥਨੇਸਰ ਜਿਹੜਾ ਨਗਰ ਹੈ ਤੇ ਸਨਾਤਨ ਮਤ ਦਾ ਜਿਹੜਾ ਹੈ ਤੀਰਥ ਸਥਾਨ ਵੀ ਹੈ ਥਨੇਸਰ ਵਿਖੇ। ਇਹ ਉੱਥੇ ਨਿਵਾਸ ਰੱਖਦੇ ਸਨ, ਇਹਨਾਂ ਦੇ ਉੱਥੇ ਘਰ ਸਨ। ਕਰਹਿ ਧਰਮ ਕੇ ਜੁਤ ਵਿਵਹਾਰਾ। ਤੇ ਧਰਮ ਯੁੱਧ ਕਰਦੇ ਸਨ, ਇਹ ਇਹਨਾਂ ਦਾ ਵਿਵਹਾਰ ਸੀ। ਕਹੈ ਜੋ ਮੋਲ ਸੋਏ ਇੱਕ ਬਾਰਾ। ਕਰਹਿ ਧਰਮ ਜੁਤ ਵਿਵਹਾਰ, ਧਰਮ ਦੀ ਕਿਰਤ ਕਰਦੇ ਸੀ, ਇਹ ਇਹਨਾਂ ਦਾ ਵਿਵਹਾਰ ਸੀ। ਚਲੋ ਵਪਾਰ ਤਾਂ ਕੋਈ ਵੀ ਹੋ ਸਕਦਾ ਹੈ, ਪਰ ਵਪਾਰ ਜਿਹੜਾ ਹੈ ਉਹ ਕਰ ਤਾਂ ਰਿਹਾ ਮੁਨਾਫੇ ਵਾਸਤੇ। ਮਹਾਰਾਜ ਕਹਿੰਦੇ ਤੂੰ ਵਪਾਰੀ ਹੈ ਤੇ ਵਪਾਰ ਕਰ ਰਿਹਾ, ਤੇ ਧਰਮ ਦਾ ਵਪਾਰ ਕਰ। ਧਰਮ ਦਾ ਵਪਾਰ ਕਿਨਹੀ ਬਨ ਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਨ ਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਹਰ ਕੇ ਨਾਮ ਕੇ व्यापारी, ਹੀਰਾ ਹੱਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਦੁਕਾਨ ਤੇ ਬੈਠਾ ਕੋ ਹੱਟੀ ਚਲਾ ਰਿਹਾ ਸੀ, ਪਰ ਨਾਲ ਨਾਲ ਉਹਨੂੰ ਪਤਾ ਹੈ ਕਿ ਮੈਂ ਵੀ ਵਪਾਰੀ ਬਣ ਕੇ ਸੰਸਾਰ 'ਚ ਆਇਆ, ਤੇ ਮੈਂ ਵਪਾਰ ਕਰਨਾ ਹੈ ਪਰਮਾਤਮਾ ਦੇ ਨਾਮ ਦਾ। ਕਿਤੇ ਵੀ ਗਿਆਨ ਹੋ ਜਾਵੇ, ਹਿਰਦੇ 'ਚ ਚਾਨਣ ਹੋ ਜਾਵੇ, ਕਿਤੇ ਵਪਾਰ ਕਰਦਿਆਂ ਕਰਦਿਆਂ ਕਿਤੇ ਇਹੋ ਹੀ ਨਾ ਭੁੱਲ ਜਾਈਏ ਕਿ ਅਸੀਂ ਵੀ ਸੱਚ ਦਾ ਵਪਾਰ ਕਰਨ ਵਾਸਤੇ ਆਏ ਸੀ। ਉਹ ਸੱਚ ਦਾ ਵਪਾਰ ਹੈ ਨਾਮ ਦਾ। ਇਹ ਭਾਈ ਨੰਦਾ ਵਿਠੜ ਅਤੇ ਦੂਸਰਾ ਇਹਨਾਂ ਦੇ ਨਾਲ ਸਿੱਖ ਆਇਆ ਭਾਈ ਸੁਆਮੀ ਦਾਸ। ਇਹ ਥਨੇਸਰ ਦੇ ਰਹਿਣ ਵਾਲੇ ਸਨ।
ਪਰ ਧਰਮ ਦੀ ਕਿਰਤ ਕਰਦੇ ਸਨ, ਵਪਾਰ ਕਰਦੇ ਸੀ। ਕਹੈ ਧਰਮ ਕੇ ਜੁਤ ਵਿਵਹਾਰਾ, ਧਰਮ ਦਾ ਵਪਾਰ ਕਰਦੇ ਸਨ। ਕਹੈ ਜੋ ਮੋਲ ਸੋ ਏਕੋ ਬਾਰਾ, ਤੇ ਵਪਾਰ ਕਰਦਿਆਂ ਕਰਦਿਆਂ ਜੋ ਵੀ ਮੁੱਲ ਕਹਿੰਦੇ ਸੀ ਇੱਕੋ ਵਾਰ ਕਹਿੰਦੇ ਸਨ। ਹੁਣ ਇਹਦੇ ਵਿੱਚ ਵੀ ਕੁਝ ਭੇਦ ਹੈ। ਇੱਕ ਤਾਂ ਹੁੰਦਾ ਹੈ ਕਿ ਸਸਤੀ ਵਸਤੂ ਖਰੀਦ ਕੇ ਬਹੁਤ ਮਹਿੰਗੇ ਭਾਅ ਵੇਚ ਦੇਣੀ ਤੇ ਬੰਦਾ ਕਹੇ ਮੈਂ ਤਾਂ ਇੱਕ ਮੁੱਲ ਹੀ ਦੱਸਿਆ ਸੀ। ਇਸ ਤਰ੍ਹਾਂ ਨਹੀਂ। ਜਦੋਂ ਬੰਦੇ ਅੰਦਰ ਪਾਪ ਹੁੰਦਾ ਹੈ ਨਾ, ਜਦੋਂ ਕਿਸੇ ਨੂੰ ਲੁੱਟਣਾ ਹੋਵੇ ਤੇ ਫਿਰ ਉਹ 100 ਰੁਪਏ ਦੀ ਚੀਜ਼ 1000 ਦੀ ਦੱਸਣੀ। ਜਦੋਂ ਕੋਈ ਜਾਂਦਾ ਦੱਸਣਾ ਫਿਰ ਕਹਿਣਾ 900 ਦੇ ਜੀ, ਫਿਰ ਆਵਾਜ਼ ਮਾਰਨੀ ਚੱਲ 800 ਦੇ ਜਾ, ਜਾਂਦਿਆਂ ਜਾਂਦਿਆਂ ਕਹਿਣਾ ਚੱਲ 400 ਤਾਂ ਦੇ ਜਾ, ਫਿਰ ਵੀ ਪਤਾ ਹੈ ਕਿ 200 ਬਚ ਜਾਣੇ। ਇਸ ਤਰ੍ਹਾਂ ਜਿਹੜਾ ਇੱਕ ਵਪਾਰ ਕਰਕੇ ਬੈਠੇ ਜ਼ਿਆਦਾਤਰ ਉਹ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿ ਇਹ ਵਪਾਰੀ ਆਪਣੇ ਵਪਾਰ ਦੇ ਵਿੱਚ ਪੱਕਾ ਹੈ ਤੇ ਇਹ ਆਪਣੀ ਧਰਮ ਦੀ ਕਿਰਤ ਕਰ ਰਿਹਾ। ਕਿਉਂਕਿ ਇਹਨੇ ਜਿੰਨੇ ਦੀ ਵਸਤੂ ਲਿਆਂਦੀ ਹੈ ਮੁਨਾਫਾ ਕੱਢ ਕੇ ਇਹਨੇ ਉਹਨੇ ਦਾ ਉਹਦਾ ਰੇਟ ਜਿਹੜਾ ਉਹ ਦੱਸ ਦਿੱਤਾ ਹੈ ਤੇ ਗਾਹਕ ਨੂੰ ਦੱਸਣਾ ਇੰਨੇ ਦੀ ਹੈ, ਲੈਣੀ ਹੈ ਠੀਕ ਹੈ, ਨਹੀਂ ਤਾਂ ਤੁਹਾਡੀ ਮਰਜ਼ੀ। ਕਿਉਂ? ਇੱਕ ਵਪਾਰ ਤਾਂ ਕਿਹਾ ਨਾ ਕਿ ਆਪਣਾ ਮੁਨਾਫਾ ਕੱਢ ਲਿਆ ਸੀ, ਹੁਣ ਮੈਨੂੰ ਇੰਨੇ ਕੁ ਦੀ ਵਾਰਾ ਖਾਂਦੀ। ਇਸ ਲਈ ਇਹ ਜਿਹੜੇ ਦੋ ਸਿੱਖ ਸਨ ਧਰਮ ਦਾ ਵਪਾਰ ਕਰਦੇ ਸਨ, ਧਰਮੀ ਸਨ ਤੇ ਜਿਹੜਾ ਵੀ ਮੁੱਲ ਕਹਿੰਦੇ ਸੀ ਇੱਕੋ ਵਾਰ ਦੱਸਦੇ ਸਨ। ਇਕ ਸੁਖਣੀ ਤਿਨ ਕੋ ਭਾ ਨਾਮ, ਇਹਨਾਂ ਦਾ ਨਾਮ ਹੀ ਪੈ ਗਿਆ ਇੱਕ ਮੁੱਲ ਵਾਲੇ। ਜਿਸ ਤਰ੍ਹਾਂ ਕੋਈ ਕੰਮ ਕਰਦਾ ਹੈ ਤੇ ਉਸੇ ਤਰ੍ਹਾਂ ਦਾ ਉਹਦਾ ਨਾਮ ਪੈ ਜਾਂਦਾ ਹੈ। ਇਹਨਾਂ ਨੂੰ ਲੋਕ ਕਹਿੰਦੇ ਸਨ ਕਿ ਇੱਕ ਮੁੱਲ ਵਾਲੇ ਹਨ। ਚਲ ਆਏ ਸਤਿਗੁਰ ਕੀ ਸ਼ਾਮ, ਇਹ ਚੱਲ ਕੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਹਨ। ਕਰ ਬੰਧਨ ਬੈਠੇ ਹੋਏ ਪਾਸ, ਇਹ ਵਪਾਰੀ ਨੇ ਦੋਨੋਂ ਤੇ ਗੁਰੂ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ, ਕੋਲ ਬੈਠ ਗਏ ਹਨ। ਇਕ ਸੁਖਣੀ ਪਾ ਜ਼ਿਕਰ ਪ੍ਰਕਾਸ਼, ਜਦੋਂ ਸੰਗਤ ਵਿੱਚ ਆ ਕੇ ਬੈਠੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਤੇ ਸਿੱਖਾਂ ਨੇ ਕਹਿ ਦਿੱਤਾ ਮਹਾਰਾਜ ਇਹਨਾਂ ਨੂੰ ਸਾਰੇ ਇੱਕ ਮੁੱਲ ਵਾਲੇ ਕਹਿੰਦੇ। ਇਹ ਸਿੱਖਾਂ ਨੇ ਜ਼ਿਕਰ ਚਲਾਇਆ। ਕਿਉਂਕਿ ਧਰਮੀ ਸਨ, ਸਿੱਖ ਸਨ, ਸਿੱਖ ਜਾਣਦੇ ਸੀ ਜਿਹੜੇ ਨੇੜੇ ਰਹਿਣ ਵਾਲੇ ਸਨ। ਕਹਿੰਦੇ ਮਹਾਰਾਜ ਇਹ ਧਰਮੀ ਵਪਾਰੀ ਹਨ ਤੇ ਇੱਕ ਮੁੱਲ ਵਾਲੇ ਹਨ। ਇਹਨਾਂ ਦਾ ਨਾਮ ਇਕ ਅਰਜਨ ਗੁਰਦੇਵ ਬਖਾਨਾ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਿਰ ਬਚਨ ਕਿਹਾ, ਇਸ ਤੇ ਹੀ ਹੋਏ ਤੁਮ ਕਲਿਆਣਾ। ਮਹਾਰਾਜ ਕਹਿੰਦੇ ਗੁਰਸਿੱਖੋ ਤੁਸੀਂ ਧਰਮੀ ਬਣ ਕੇ ਵਪਾਰ ਕਰ ਰਹੇ ਹੋ ਨਾ, ਧਰਮ ਦੀ ਕਿਰਤ ਕਰ ਰਹੇ ਹੋ। ਸਤਿਗੁਰੂ ਕਹਿੰਦੇ ਤੁਹਾਡਾ ਇਹਦੇ ਵਿੱਚ ਵੀ ਤੁਹਾਡੀ ਕਲਿਆਣ ਹੋਵੇ। ਕਿਉਂ? ਅੱਗੇ ਦੱਸਦੇ ਹਨ ਝੂਠ ਬਰਾਬਰ ਪਾਪ ਨਾ ਦੂਜਾ, ਜੇ ਮਨ ਵਿੱਚ ਝੂਠ ਹੋਵੇ ਤੇ ਬੰਦਾ ਕਦੇ ਭਾਅ ਚੜਾ ਲੈਂਦਾ ਤੇ ਕਦੇ ਘਟਾ ਦਿੰਦਾ ਹੈ। ਪਰ ਮਹਾਰਾਜ ਕਹਿੰਦੇ ਉਹ ਝੂਠ ਹੈ ਤੇ ਝੂਠ ਦੇ ਸਮਾਨ ਕੋਈ ਦੂਜਾ ਪਾਪ ਨਹੀਂ ਹੈ। ਸਾਚ ਸਮਾਨ ਪੁੰਨ ਨਹਿ ਪੂਜਾ, ਤੇ ਸੱਚ ਦੇ ਸਮਾਨ ਕੋਈ ਪੁੰਨ ਤੇ ਪੂਜਾ ਨਹੀਂ। ਹੁਣ ਬੰਦਾ ਪੁੰਨ ਬਹੁਤ ਕਰ ਰਿਹਾ ਦਿਖਾਵੇ ਵਾਸਤੇ, ਪੂਜਾ ਵੀ ਕਰਦਾ ਦਿਖਾਵੇ ਵਾਸਤੇ, ਪਰ ਉਹਦੇ ਅੰਦਰ ਸੱਚ ਨਹੀਂ, ਸੱਚ ਤੇ ਪਹਿਰਾ ਨਹੀਂ ਦਿੰਦਾ। ਤੇ ਫਿਰ ਮਹਾਰਾਜ ਕਹਿੰਦੇ ਤੇਰੀ ਪੂਜਾ ਕੀਤੀ ਦਾ, ਪੁੰਨ ਕੀਤੇ ਦਾ ਕੀ ਫਾਇਦਾ? ਕਿਉਂ ਦੱਸ ਰਿਹਾ ਲੋਕਾਂ ਨੂੰ ਕਿ ਮੈਂ ਵੀ ਧਰਮੀ ਆ, ਧਰਮ ਦੇ ਚਿੰਨ੍ਹ ਪਾ ਕੇ ਬੈਠਾ ਅੰਦਰ ਤੇ ਤੇਰੇ ਝੂਠ ਹੈ, ਝੂਠ ਦੇ ਨਾਲ ਭਰਿਆ ਹੈ। ਦੇਖਦੇ ਕਈ ਵਾਰੀ ਹੱਥ 'ਚ ਮਾਲਾ ਫੇਰੀ ਜਾਣੀ ਤੇ ਇਸ਼ਾਰਾ ਕਰੀ ਜਾਣਾ ਕਿ ਜਿੰਨੇ ਕੁ ਵੱਟੇ ਜਾਂਦੇ ਵੱਟ ਲਓ, ਜਿੰਨਾ ਕੁ ਕਿਸੇ ਨੂੰ ਲੁੱਟਿਆ ਜਾਂਦਾ ਲੁੱਟ ਲਓ। ਕਈ ਵਾਰੀ ਆਪਾਂ ਦੇਖੀਦਾ ਕਿ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਕਹਿਣਾ ਸਾਰਾ ਦਿਨ ਬਾਣੀ ਪੜ੍ਹਦੇ ਹਾਂ ਜੀ, ਪਰ ਉਹ ਜਿੰਨੇ ਲੋਕ ਆ ਰਹੇ ਨੇ ਇਹੋ ਹੀ ਸੋਚ ਰਿਹਾ ਕਿ ਇਹਨਾਂ ਨੂੰ ਲੁੱਟਿਆ ਜਾਵੇ। ਤੇ ਫਿਰ ਮਹਾਰਾਜ ਕਹਿੰਦੇ ਪਾਠ ਦਾ, ਪੂਜਾ ਦਾ, ਪੁੰਨ ਦਾ ਕੀ ਲਾਭ ਹੋਇਆ? ਫਿਰ ਸਾਰਾ ਦਿਨ ਲੋਕਾਂ ਨੂੰ ਲੁੱਟ ਕੇ ਤੇ ਸ਼ਾਮਾਂ ਦੇ ਸਮੇਂ ਜਾਂ ਅਗਲੇ ਦਿਨ ਥੋੜ੍ਹੇ ਦਿਨਾਂ ਬਾਅਦ ਕਿਹਾ ਮੈਂ ਬੜਾ ਵੱਡਾ ਪੁੰਨ ਕੀਤਾ, ਲੰਗਰ ਲਾ ਦਿੱਤਾ। ਇਸ ਤਰ੍ਹਾਂ ਨਹੀਂ। ਜੇ ਤੂੰ ਧਰਮ ਦੀ ਕਿਰਤ ਕਰ ਰਿਹਾ ਹੈ ਨਾ ਤੇ ਫਿਰ ਤੇਰੇ ਪੁੰਨ ਕੀਤੇ ਹੋਏ ਉਹ ਸਫਲੇ ਹਨ। ਮਹਾਰਾਜ ਕਹਿੰਦੇ ਹਨ ਤਾਂ ਤੇਰੀ ਪੂਜਾ ਕੀਤੀ ਸਫਲੀ ਹੈ, ਕਿਉਂਕਿ ਪਾਪ ਝੂਠ ਬਰਾਬਰ ਕੋਈ ਪਾਪ ਨਹੀਂ ਤੇ ਸੱਚ ਬਰਾਬਰ ਕੋਈ ਤਪ ਤੇ ਪੂਜਾ ਨਹੀਂ ਹੈ। ਸਿੱਖਣ ਕੀ ਸੇਵਾ ਨਿਤ ਕਰੋ, ਸਤਿਗੁਰੂ ਜੀ ਕਹਿੰਦੇ ਸਦਾ ਸਿੱਖਾਂ ਦੀ ਸੇਵਾ ਕਰੋ। ਗੁਰਮਤਿ ਸਦਾ ਹਿਰਦੈ ਉਰ ਧਰੋ, ਖੋਟੀ ਮੱਤ ਜਿਹੜੀ ਉਹਨੂੰ ਦੂਰ ਕਰਕੇ ਗੁਰੂ ਦੀ ਮੱਤ ਦੇ ਧਾਰਨੀ ਬਣੋ। ਸੀਤਲ ਕਾਲ ਮੈਂ ਦੀਜੈ ਚੀਰ, ਜਦੋਂ ਠੰਡ ਦਾ ਸਮਾਂ ਹੋਵੇ ਤੇ ਲੋੜਵੰਦਾਂ ਨੂੰ ਸਿੱਖਾਂ ਨੂੰ ਬਸਤਰ ਦੇਵੋ। ਭਲੇ ਕਰਮ ਮਹਿ ਕੀਜੈ ਧੀਰ, ਤੇ ਧੀਰਜ ਰੱਖ ਕੇ ਜਿਹੜੇ ਚੰਗੇ ਕਰਮ ਨੇ, ਸ਼ੁਭ ਕਰਮ ਹਨ ਉਹ ਕਰੋ। ਗੁਰ ਕੋ ਬਚਨ ਮਾਨ ਘਰ ਆਏ, ਇਹਨਾਂ ਦੋਨਾਂ ਨੇ ਗੁਰੂ ਸਾਹਿਬ ਜੀ ਦਾ ਬਚਨ ਮੰਨਿਆ ਤੇ ਬਚਨ ਮੰਨ ਕੇ ਆਪਣੇ ਘਰ ਨੂੰ ਵਾਪਸ ਪਰਤ ਆਏ ਹਨ। ਸਿੱਖਣ ਕੀ ਸੇਵਾ ਮਨ ਲਾਏ, ਤੇ ਜਾਣ ਦਾ ਲਾਭ ਤਾਂ ਹੀ ਹੋਇਆ ਨਾ ਕਿ ਗੁਰੂ ਸਾਹਿਬ ਦਾ ਬੈਠ ਕੇ ਉਪਦੇਸ਼ ਸੁਣਿਆ ਤੇ ਫਿਰ ਉਹਨੂੰ ਕਮਾਉਣ ਵੀ ਲੱਗ ਪਏ। ਤੇ ਕਈ ਤਾਂ ਕੇਵਲ ਮੇਲਾ ਵੇਖ ਕੇ ਆਉਂਦੇ ਨੇ ਤੇ ਕਈ ਸੋਚਦੇ ਨੇ ਚਲੋ ਸੈਰ ਕਰੇ ਆਈਏ, ਛੁੱਟੀਆਂ ਦੇ ਦਿਨ ਨੇ, ਪਰ ਆਇਆ ਵੀ ਉਹਨਾਂ ਦਾ ਸਫਲਾ ਹੈ। ਗੁਰਦੇਵ ਕਹਿੰਦੇ ਜਿਨ ਸਤਿਗੁਰ ਕੀ ਆਗਿਆ ਸਤ ਕਰ ਮੰਨ। ਜਿਹਨੇ ਗੁਰੂ ਦੀ ਆਗਿਆ ਨੂੰ ਕਿਹਾ ਮਹਾਰਾਜ ਸਤ ਬਚਨ, ਤਾਈਓ ਤਾਂ ਭਾਈ ਸੁਥਰਾ ਮਹਾਰਾਜ ਗੁਰੂ ਹਰਿ ਸਾਹਿਬ ਦੇ ਕੋਲ ਆ ਕੇ ਤੇ ਪਿੱਠ ਕਰਕੇ ਬਹਿ ਗਿਆ ਸੀ। ਆਪਾਂ ਸੁਣਿਆ ਪਿੱਛੇ ਵੀ
ਤੇ ਸਿੱਖਾਂ ਨੇ ਇਤਰਾਜ਼ ਕੀਤਾ ਨਾ, ਤੇ ਗੁਰੂ ਸਾਹਿਬ ਕਹਿੰਦੇ ਕਿਉਂ ਸੁਥਰਿਆ ਇਦਾਂ ਬੈਠਾ ਹੈ? ਕਹਿਣ ਲੱਗਾ ਮਹਾਰਾਜ ਧੰਨ ਨੇ ਮੂੰਹ ਕਰਕੇ ਬਹਿ ਕੇ ਸੁਣਦੇ ਵੀ ਨੇ ਪਰ ਮੰਨਦੇ ਨਹੀਂ, ਤੇ ਮੈਂ ਮੂੰਹ ਤਾਂ ਨਹੀਂ ਕੀਤਾ ਕਿ ਜਦੋਂ ਤੂੰ ਸੁਣਾਉਣਾ ਤੇ ਮੂੰਹ ਤੇ ਚਪੇੜਾਂ ਵੱਜਦੀਆਂ ਨੇ। ਇਹ ਗੁਰੂ ਸਾਹਿਬ ਨੇ ਸਾਨੂੰ, ਮਹਾਰਾਜ ਕਹਿੰਦੇ ਆਇਆ ਉਹਨਾਂ ਦਾ ਸਫਲ ਹੈ ਜਿਹੜਾ ਗੁਰੂ ਦੇ ਬਚਨ ਨੂੰ ਸਤ ਕਰਕੇ ਮੰਨ ਵੀ ਲੈਂਦਾ ਹੈ। ਇਸ ਲਈ ਇਹਨਾਂ ਨੇ ਭਾਈ ਨੰਦਾ ਵਿਠੋੜ ਅਤੇ ਦੂਜੇ ਨੇ ਭਾਈ ਸੁਆਮੀ ਦਾਸ ਗੁਰੂ ਸਾਹਿਬ ਜੀ ਦਾ ਬਚਨ ਸਤ ਕਰਕੇ ਮੰਨਿਆ, ਆਪਣੇ ਨਗਰ ਚਲੇ ਗਏ ਤੇ ਜਾ ਕੇ ਸਿੱਖਾਂ ਦੀ ਸੇਵਾ ਵਿੱਚ ਲੱਗੇ ਹਨ। ਸੁਤ ਬਣਤਾ ਸਭ ਕੇ ਉਰ ਭਾਓ, ਪੁੱਤਰ ਅਤੇ ਇਸਤਰੀ ਉਹਨਾਂ ਦੇ ਹਿਰਦੇ ਵਿੱਚ ਵੀ ਸਿੱਖੀ ਪ੍ਰਤੀ ਬਹੁਤਾ ਪ੍ਰੇਮ ਹੈ। ਮਿਲਾ ਸਿੱਖ ਸੰਗ ਮధుਰ ਸੁਭਾਓ, ਜਦੋਂ ਵੀ ਕੋਈ ਸਿੱਖ ਮਿਲਦਾ ਹੈ ਤੇ ਬਹੁਤ ਮధుਰ ਕਹਿੰਦੇ ਨੇ ਮਿੱਠੇ ਸੁਭਾਅ ਨੂੰ ਰੱਖ ਕੇ ਮਿਲਦੇ ਨੇ। ਇਹ ਮਹਾਰਾਜ ਨੇ ਸਾਨੂੰ ਬਾਰ-ਬਾਰ ਸਮਝਾਇਆ ਹੈ ਕਿ ਜਦੋਂ ਵੀ ਸਿੱਖ ਮਿਲੇ ਵੈਸੇ ਤਾਂ ਮਨੁੱਖਤਾ ਦੇ ਨਾਲ ਪਿਆਰ ਕਰਨਾ, ਇਹ ਵੀ ਸਾਨੂੰ ਬਾਣੀ ਵਿੱਚ ਸਤਿਗੁਰੂ ਸਮਝਾ ਗਏ। ਅਵਲ ਅੱਲ੍ਹਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਪਰ ਸਿੱਖ ਨੂੰ ਖਾਸ ਕਰਕੇ ਗੁਰੂ ਰੂਪ ਜਾਣ ਕੇ ਉਹਦੇ ਨਾਲ ਤਾਂ ਤੂੰ ਮਿੱਠ ਬੋਲੜਾ ਬਣ, ਉਹਦੇ ਨਾਲ ਤਾਂ ਤੂੰ ਪਿਆਰ ਦੇ ਨਾਲ ਬੋਲ। ਇਹਨਾਂ ਦੀ ਘਰਵਾਲੀ, ਇਹਨਾਂ ਦੇ ਬੱਚਿਆਂ ਦਾ ਵੀ ਸੁਭਾਅ ਸੀ ਕਿ ਜਦੋਂ ਵੀ ਕੋਈ ਸਿੱਖ ਮਿਲਦਾ ਤੇ ਬੜੇ ਪਿਆਰ ਤੇ ਸਤਿਕਾਰ ਨਾਲ ਉਹਨਾਂ ਨੂੰ ਬੁਲਾਉਂਦੇ ਸਨ। ਗੁਰਬਾਣੀ ਸੰਗ ਪਿਆਰ ਕਰਨ ਤੇ, ਗੁਰਬਾਣੀ ਦੇ ਨਾਲ ਬਹੁਤ ਪਿਆਰ ਕਰਦੇ ਸਨ। ਪਠੈ ਸੁਨੈ ਤਿਸ ਪੰਥ ਚਲੰਤੇ, ਜੋ ਬਾਣੀ ਪੜ੍ਹਦੇ ਤੇ ਸੁਣਦੇ ਸੀ ਤੇ ਉਸ ਪੰਥ ਨਾਮ ਹੈ ਰਸਤੇ ਦਾ, ਫਿਰ ਰਸਤੇ ਤੇ ਵੀ ਤੁਰਦੇ ਸਨ। ਇੱਕ ਹੁੰਦਾ ਹੈ ਨਾ ਕਿ ਰਸਤਾ ਪੁੱਛਿਆ ਤੇ ਰਸਤੇ ਨੂੰ ਚੰਗੀ ਤਰ੍ਹਾਂ ਜਾਣ ਲਿਆ ਤੇ ਪਰ ਉਹ ਰਸਤੇ ਤੇ ਹਲੇ ਤੱਕ ਤੁਰੇ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਜਿੰਨਾ ਚਿਰ ਤੁਰਿਆ ਨਹੀਂ ਪਹੁੰਚੇਗਾ ਕਿਸ ਤਰ੍ਹਾਂ ਮੰਜ਼ਿਲ ਤੇ। ਪੁੱਛੀ ਤਾਂ ਰੋਜ਼ ਖਲੋਤਾ ਜਾਂਦਾ ਕਿ ਆ ਫਲਾਣਾ ਰਸਤਾ ਕਿੱਧਰ ਜਾਂਦਾ ਹੈ। ਭਾਈ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਪੂਛ ਕਹੈ ਪਥਕ ਮਾਰਗ ਨ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਪੁੱਛਦਾ ਤੇ ਹੈ ਰੋਜ਼ ਪਰ ਰਸਤੇ ਦੇ ਉੱਤੇ ਪੈਰ ਰੱਖ ਕੇ ਦੇਖਿਆ ਵੀ ਨਹੀਂ। ਹੁਣ ਦੱਸ ਕਿ ਜਿਹੜੇ ਦੇਸ਼ ਬਾਰੇ ਪੁੱਛ ਰਿਹਾ ਸੀ ਗੱਲਾਂ ਨਾਲ ਤੇ ਨਾ ਉੱਥੇ ਪਹੁੰਚ ਜਾਵੇਂਗਾ। ਪਰਮਾਤਮਾ ਦੀ ਪ੍ਰਾਪਤੀ ਵਾਸਤੇ ਪੁੱਛਿਆ ਤਾਂ ਬੜਿਆਂ ਨੂੰ, ਧਰਮ ਦੀਆਂ ਗੱਲਾਂ ਵੀ ਪੁੱਛ ਲਈਆਂ ਕਿ ਬਾਣੀ ਕਿਸ ਤਰ੍ਹਾਂ ਪੜ੍ਹਨੀ ਹੈ, ਕਿਸ ਤਰ੍ਹਾਂ ਅਸੀਂ ਆਪਣਾ ਜੀਵਨ ਜਿਉਣਾ ਹੈ, ਪਰ ਹਲੇ ਤੱਕ ਉਹ ਕਰਮ ਕਰਕੇ ਦੇਖਿਆ ਹੀ ਨਹੀਂ। ਤੇ ਮਹਾਰਾਜ ਕਹਿੰਦੇ ਗੱਲਾਂ ਦੇ ਨਾਲ ਪਾਰ ਉਤਾਰਾ ਨਹੀਂ ਹੋਣਾ। ਇਹ ਭਾਈ ਸਾਹਿਬ ਜਿਹੜੇ ਗੁਰੂ ਸਾਹਿਬ ਤੋਂ ਉਪਦੇਸ਼ ਲੈ ਕੇ ਗਏ, ਪਰਿਵਾਰ ਸਮੇਤ ਬਾਣੀ ਪੜ੍ਹਦੇ ਨੇ, ਬਾਣੀ ਦੇ ਨਾਲ ਪ੍ਰੇਮ ਕਰਦੇ ਨੇ, ਫਿਰ ਉਸ ਮਾਰਗ ਦੇ ਉੱਤੇ ਰਸਤੇ ਦੇ ਉੱਤੇ ਤੁਰਦੇ ਹਨ। ਚਰਨ ਪਖਾਰਹਿ ਸਿੱਖਣ ਕੇਰੇ, ਜਦੋਂ ਵੀ ਕੋਈ ਸਿੱਖ ਦੇਖਦੇ ਨੇ ਯਾਤਰੂ ਆ ਰਿਹਾ ਹੈ ਤੇ ਉਸ ਸਿੱਖ ਦੀ ਸੇਵਾ ਕਰਦੇ ਨੇ। ਤੇ ਪੁਰਾਣੇ ਸਮਿਆਂ ਵਿੱਚ ਪੈਦਲ ਬਹੁਤਾ ਚੱਲਦੇ ਸਨ, ਇੰਨੇ ਸਾਧਨ ਤਾਂ ਹੈ ਨਹੀਂ ਸੀ। ਤੇ ਭਾਈ ਗੁਰਦਾਸ ਜੀ ਨੇ ਕਿਹਾ ਸਿੱਖ ਦੀ ਸੇਵਾ ਸਭ ਤੋਂ ਉੱਤਮ ਹੈ। ਕੋਈ ਵੀ ਆ ਕੇ ਯਾਤਰੂ ਦੇਖ ਲੈਣਾ, ਬਜ਼ੁਰਗ ਦੇਖ ਲੈਣਾ ਤੇ ਉਸ ਦੇ ਪਹਿਲਾਂ ਚਰਨ ਧੋਣੇ ਜਲ ਲੈ ਕੇ, ਭੋਜਨ ਵਸਤਰਨ ਦਾਨ ਘਨੇਰੇ, ਫਿਰ ਉਹਨਾਂ ਗੁਰਸਿੱਖਾਂ ਨੂੰ ਭੋਜਨ ਛਕਾਉਣਾ, ਲੰਗਰ ਛਕਾਉਣਾ। ਤੇ ਜੇ ਬਸਤਰ ਦੀ ਲੋੜ ਹੋਣੀ ਤੇ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਵਿੱਚੋਂ ਬਸਤਰ ਵੀ ਤਿਆਰ ਕਰਕੇ ਸਿੱਖਾਂ ਨੂੰ ਦੇਣੇ। ਜਿਵੇਂ ਕਰਤੇ ਹੀ ਭਇਓ ਉਧਾਰ, ਇਸ ਤਰ੍ਹਾਂ ਕਰਦਿਆਂ ਕਰਦਿਆਂ ਇਹਨਾਂ ਦਾ ਉਧਾਰ ਹੋਇਆ, ਇਹਨਾਂ ਦੀ ਕਲਿਆਣ ਹੋਈ ਹੈ। ਪਾਏ ਪਰਮ ਪਦ ਗੁਰ ਦਰਬਾਰ, ਗੁਰੂ ਸਾਹਿਬ ਜੀ ਦੇ ਦਰਬਾਰੀ ਬਣ ਕੇ। ਦਰਬਾਰ ਦਾ ਭਾਵ ਇਹ ਵੀ ਹੁੰਦਾ ਹੈ ਹਮੇਸ਼ਾ ਆਪਣੇ ਆਪ ਨੂੰ ਗੁਰੂ ਦਰਬਾਰ ਵਿੱਚ ਸਮਝਣਾ। ਇੱਕ ਤਾਂ ਹੁੰਦਾ ਚਲੋ ਆਪਾਂ ਦਰਬਾਰ 'ਚ ਬੈਠੇ ਹਾਂ ਤਾਂ ਉਪਦੇਸ਼ ਸੁਣ ਰਹੇ ਹਨ, ਤੇ ਇਹ ਨਾ ਹੋਵੇ ਕਿ ਬਾਹਰ ਗਏ ਤੇ ਫਿਰ ਕਿਹਾ ਕਿ ਇੱਥੇ ਕਿਹੜਾ ਕੋਈ ਦੇਖ ਰਿਹਾ। ਗੁਰੂ ਤਾਂ ਹਮੇਸ਼ਾ ਨਾਲ ਹੈ ਨਾ। ਜਿਹੜਾ ਗੁਰੂ ਦਾ ਬਾਣਾ ਪਾ ਕੇ, ਲਿਬਾਸ ਪਾ ਕੇ ਬੈਠੇ, ਜਦੋਂ ਕੋਈ ਮਾੜਾ ਕੰਮ ਕਰਦੇ ਝੱਟ ਬੰਦਾ ਉਂਗਲ ਕਰਕੇ ਕਹਿੰਦਾ ਯਾਦ ਕਰ ਤੂੰ ਗੁਰੂ ਦਾ ਸਿੱਖ ਹੈ, ਤੇਰੇ ਸਿਰ ਤੇ ਦਸਤਾਰ ਹੈ, ਮੂੰਹ ਤੇ ਦਾੜ ਹੈ। ਜਾਂ ਨਾਮ ਦੇ ਨਾਲ ਵੀ ਜਿਹੜੇ ਸ਼ਬਦ ਜੋੜੇ ਹੋਏ ਨੇ ਤੈਨੂੰ ਗੁਰੂ ਨਾਲ ਜੋੜਦੇ। ਹਮੇਸ਼ਾ ਆਪਣੇ ਆਪ ਨੂੰ ਇਹ ਜਾਣਨਾ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜੂਰ ਹੈ। ਉਹ ਅਕਾਲ ਪੁਰਖ ਪਰਮੇਸ਼ਰ ਤਾਂ ਦੂਰ ਨਹੀਂ ਨਾ। ਸਤਿਗੁਰੂ ਦਾ ਪਾਵਨ ਬਚਨ ਆਪਾਂ ਬਾਣੀ ਅੰਦਰ ਪੜ੍ਹਦੇ ਹਾਂ ਕਿ ਸਦ ਸੁਣਦਾ, ਸਦ ਵੇਖਦਾ। ਜੋ ਕੁਝ ਤੂੰ ਬੋਲ ਰਿਹਾ, ਜੋ ਕੁਝ ਜ਼ਿੰਦਗੀ ਵਿੱਚ ਕਰ ਰਿਹਾ, ਉਹ ਦੇਖਦਾ, ਉਹਦੇ ਤੋਂ ਲੁਕਣਾ ਨਹੀਂ। ਇਸ ਲਈ ਹਮੇਸ਼ਾ ਆਪਣੇ ਆਪ ਨੂੰ ਗੁਰੂ ਦਰਬਾਰ ਵਿੱਚ ਸਮਝਦੇ ਸਨ ਕਿ ਅਸੀਂ ਗੁਰੂ ਸਾਹਿਬ ਦੇ ਦਰਬਾਰੀ ਹਾਂ। ਗੋਪੀ ਮਹਿਤਾ ਨੱਥਾ ਔਰ, ਇਹ ਵੀ ਸਿੱਖਾਂ ਦੇ ਨਾਮ ਨੇ, ਭਾਈ ਗੋਪੀ ਮਹਿਤਾ ਜੀ ਅਤੇ ਭਾਈ ਨੱਥਾ ਜੀ। ਭਾਉ ਮੋਕਲ ਮਿਲ ਇੱਕ ਠੌਰ, ਭਾਈ ਭਾਉ ਮੋਕਲ ਇਹ ਸਿੱਖਾਂ ਦੇ ਨਾਮ ਨੇ। ਇਹ ਮਿਲ ਕੇ ਇੱਕ ਥਾਵਾਂ ਤੋਂ। ਢਿੱਲੀ ਮੰਡਲ ਗੁਰ ਢਿਗਿਆਈ, ਫਿਰ ਭਾਈ ਢਿੱਲੀ ਮੰਡਲ ਇਹ ਵੀ ਨਾਮ ਹੈ ਸਿੱਖ ਦਾ। ਸਾਰੇ ਮਿਲ ਕੇ ਇੱਕੋ ਥਾਂ ਤੋਂ
ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆਏ ਹਨ। ਬੰਧਨ ਕਰ ਸ਼ੁਭ ਦਰਸ਼ਨ ਪਾਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕੀਤੇ, ਨਮਸਕਾਰ ਕੀਤੀ ਮਹਾਰਾਜ ਦੇ ਚਰਨਾਂ 'ਚ। ਹਾਥ ਜੋੜ ਪ੍ਰਸੰਗ ਬਖਾਨਾ। ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕਰਨ ਲੱਗੇ। ਬਾਣੀ ਰਚੀ ਆਪ ਬਿਦ ਨਾਨਾ। ਮਹਾਰਾਜ ਜੀ ਆਪ ਜੀ ਨੇ ਕਈ ਪ੍ਰਕਾਰ ਦੀ ਬਾਣੀ ਉਚਾਰਨ ਕੀਤੀ, ਭਾਵ ਆਪ ਜੀ ਨੇ ਕਈ ਸ਼ਬਦ ਬਾਣੀ ਦੇ ਉਚਾਰੇ ਹਨ। ਪੜਤ ਸੁਣਤ ਮਨ ਕੋ ਸੁਖ ਦੇਤ। ਜੋ ਆਪ ਜੀ ਦੀ ਬਾਣੀ ਪੜ੍ਹੀ ਅਤੇ ਸੁਣੀ ਦੀ ਹੈ, ਮਨ ਨੂੰ ਸੁਖ ਦਿੰਦੀ ਹੈ ਪ੍ਰੇਮ ਵਧਾਵੈ ਦੁਖ ਹਰ ਲੇਤ। ਤੇ ਪ੍ਰਮਾਤਮਾ ਨਾਲ ਪ੍ਰੇਮ ਵਧਾਉਂਦੀ ਹੈ ਤੇ ਦੁੱਖ ਨਾਸ਼ ਕਰਦੀ। ਇਹੋ ਹੀ ਹੈ ਨਾ ਲਾਭ ਬਾਣੀ ਪੜਨ ਦਾ। ਜਦੋਂ ਬਾਣੀ ਕੋਈ ਸਿੱਖ ਨੇਮ ਤੇ ਪ੍ਰੇਮ ਨਾਲ ਪੜਦਾ ਹੈ, ਪ੍ਰਾਪਤੀ ਕੀ ਹੁੰਦੀ ਹੈ? ਮਨ ਦੇ ਵਿੱਚ ਸੁੱਖ ਦੀ ਪ੍ਰਾਪਤੀ। ਜਿਹੜਾ ਸੁੱਖ ਭਾਲ ਰਹੇ ਸੀ ਬਾਹਰੋਂ ਪਦਾਰਥਾਂ ਵਿੱਚੋਂ, ਜਦੋਂ ਵੀ ਉਹਨੂੰ ਸੁੱਖ ਜਾਣ ਕੇ ਹੱਥ ਪਾਇਆ, ਬਾਅਦ 'ਚ ਦੇਖਿਆ ਉਹ ਤਾਂ ਦੁੱਖ ਰੂਪ ਹੀ ਸੀ। ਇਸੇ ਤਰ੍ਹਾਂ ਹੀ ਹੈ ਨਾ, ਗੁਰਦੇਵ ਦੇ ਪਾਵਨ ਬਚਨ ਹਨ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਸੋਚਿਆ ਸੀ ਇਹ ਮਿੱਠਾ ਹੈ, ਤੇ ਪ੍ਰਤੱਖ ਦੇਖ ਲਈਏ ਜਿਹੜਾ ਮਿੱਠਾ ਬਹੁਤਾ ਖਾਂਦਾ ਹੈ, ਬਾਅਦ ਵਿੱਚ ਉਹ ਵੀ ਰੋਗ ਬਣ ਜਾਂਦਾ ਹੈ। ਇਸੇ ਤਰ੍ਹਾਂ ਕੋਈ ਪਦਾਰਥ ਮਿੱਠਾ ਸਮਝ ਕੇ ਹੱਥ ਪਾਉਂਦੇ ਆ ਕਿ ਇਹ ਮਿਲ ਜਾਵੇ, ਬਾਅਦ ਵਿੱਚ ਉਹੀ ਕੌੜਾ ਬਣ ਕੇ ਨਿਕਲਦਾ ਹੈ। ਕਿਉਂਕਿ ਦੁਨਿਆਵੀ ਪਦਾਰਥ ਜੇ ਆਏ ਹਨ, ਉਹਨਾਂ ਨੇ ਇੱਕ ਦਿਨ ਜਾਣਾ ਵੀ ਹੈ। ਆਏ ਦੀ ਖੁਸ਼ੀ ਹੈ, ਮਿੱਠੇ ਲੱਗੇ, ਜਦੋਂ ਜਾਂਦਾ ਹੈ ਤੇ ਫਿਰ ਬੰਦੇ ਨੂੰ ਕੌੜਾ ਲੱਗਦਾ ਹੈ, ਕਿਉਂਕਿ ਦੁੱਖ ਲੱਗਦਾ ਹੈ। ਇਸ ਲਈ ਜਿਹੜਾ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਹੈ, ਜਿਹੜੀ ਸਤਿਗੁਰਾਂ ਦੀ ਬਾਣੀ ਹੈ, ਇਹ ਹੈ ਹੀ ਸੰਗਤ ਜੀ ਮਿਠਾਸ ਦੇ ਨਾਲ ਭਰੀ ਹੋਈ ਤੇ ਹਿਰਦੇ ਨੂੰ ਮਿੱਠਾ ਕਰ ਦੇਣ ਵਾਲੀ। ਕਹਿੰਦੇ ਮਹਾਰਾਜ ਜਦੋਂ ਤੁਹਾਡੀ ਬਾਣੀ ਪੜ੍ਹਦੇ ਆ ਤੇ ਹਿਰਦੇ ਨੂੰ ਬਹੁਤ ਸੁੱਖ ਮਿਲਦਾ ਹੈ। ਸੁੱਖ ਮਨੀ ਸੁੱਖ ਅੰਮ੍ਰਿਤ ਪ੍ਰਭ ਨਾਮ। ਇਹ ਸੁੱਖਾਂ ਦੀ ਮਣੀ ਕਿੱਥੇ? ਮਹਾਰਾਜ ਕਹਿੰਦੇ ਭਗਤ ਜਨਾਂ ਕੈ ਮਨ ਬਿਸਰਾਮ। ਭਗਤ ਜਨਾਂ ਦੇ ਹਿਰਦੇ ਵਿੱਚ ਇਹ ਬਾਣੀ ਵਿਸ਼ਰਾਮ ਕਰਦੀ ਹੈ। ਸੁਖ ਮਨੀ ਅੰਮ੍ਰਿਤ ਪ੍ਰਭ ਨਾਮ। ਅੰਮ੍ਰਿਤਮਈ ਪ੍ਰਮਾਤਮਾ ਦਾ ਨਾਮ ਇਹ ਸੁੱਖਾਂ ਦੀ ਮਣੀ, ਪੀਸ ਆਫ ਮਾਈਂਡ, ਮਨ ਨੂੰ ਸੁੱਖ ਦੇਣ ਵਾਲੀ ਉਹ ਬਾਣੀ ਹੈ। ਤੇ ਇਹ ਕਿੱਥੇ ਵਸਦੀ ਹੈ? ਭਗਤਾਂ ਦੇ ਹਿਰਦੇ ਵਿੱਚ। ਮਹਾਰਾਜ ਜਦੋਂ ਬਾਣੀ ਪੜ੍ਹਦੇ ਆ ਤੇ ਮਨ ਨੂੰ ਬੜਾ ਸੁੱਖ ਮਿਲਦਾ ਹੈ, ਬਹੁਤ ਚੈਨ ਮਿਲਦਾ ਹੈ। ਫਿਰ ਕੀ ਹੁੰਦਾ? ਬਾਣੀ ਪੜ੍ਹਦਿਆਂ ਪ੍ਰਮਾਤਮਾ ਦੇ ਨਾਲ ਪ੍ਰੀਤੀ ਬਣਦੀ, ਪ੍ਰੇਮ ਬਣਦਾ ਹੈ। ਤੇ ਜਿਹਦਾ ਪ੍ਰਭੂ ਦੇ ਨਾਲ ਪ੍ਰੇਮ ਬਣਿਆ ਹੈ, ਪ੍ਰੇਮ ਵਧਾਵੇ ਦੁੱਖ ਹਰ ਲੇਤ। ਫਿਰ ਸਾਰੇ ਦੁੱਖ ਜਿਹੜੇ ਨੇ ਉਹ ਨਾਸ਼ ਹੋ ਜਾਂਦੇ ਹਨ। ਵਿਸ਼ਯਨ ਤੇ ਸ਼ਾਂਤੀ ਉਪਜਾਵੇ। ਵਕਾਰਾਂ ਤੋਂ ਮਨ ਵਿੱਚ ਸ਼ਾਂਤੀ ਆਉਂਦੀ ਹੈ। ਬੜੇ ਯਤਨ ਮਨੁੱਖ ਕਰ ਲਵੇ, ਅੰਦਰ ਸ਼ਾਂਤ ਨਹੀਂ ਹੁੰਦਾ। ਕਿਉਂ? ਸਭ ਕੁਝ ਕੋਲ ਸੀ ਪਰ ਅੰਦਰ ਸ਼ਾਂਤ ਨਾ ਹੋਣ ਦਿੱਤਾ ਲੋਭ ਨੇ। ਲੋਭ ਐਸਾ ਕਿ ਅੰਦਰ ਅਸ਼ਾਂਤ ਕਰਕੇ ਹੀ ਰੱਖਦਾ ਹੈ। ਆ ਵੀ ਮਿਲੇ, ਉਹ ਵੀ ਮਿਲੇ, ਆ ਵੀ ਲੈ ਲਾਂ, ਖੋਹ ਲਿਆਵਾਂ। ਕਿਸੇ ਦਾ ਸੁੱਖ ਦੇ ਕੇ ਬਰਦਾਸ਼ਤ ਨਾ ਕਰਨਾ ਅੰਦਰ ਲੋਭ ਹੈ, ਅੰਦਰ ਸ਼ਾਂਤ ਨਹੀਂ ਹੋਣ ਦਿੰਦਾ। ਮਹਾਰਾਜ ਕਹਿੰਦੇ ਬਿਨਾਂ ਸੰਤੋਖ ਨਹੀਂ ਕੋ ਰਾਜੈ। ਜੇ ਸੰਤੋਖ ਨਹੀਂ ਤੇ ਅੰਦਰ ਤ੍ਰਿਪਤੀ ਨਹੀਂ ਹੁੰਦੀ। ਜਿੰਨਾ ਚਿਰ ਅੰਦਰ ਤ੍ਰਿਪਤ ਨਾ ਹੋਵੇ ਉਹਨਾਂ ਚਿਰ ਸ਼ਾਂਤੀ ਨਹੀਂ। ਇਸ ਲਈ ਮਹਾਰਾਜ ਤੁਹਾਡੀ ਬਾਣੀ ਸੁੱਖ ਦੇਣ ਵਾਲੀ ਤੇ ਮਨ ਨੂੰ ਸ਼ਾਂਤੀ ਦਿੰਦੀ ਹੈ, ਵਕਾਰਾਂ ਨੂੰ ਨਾਸ਼ ਕਰਦੀ ਹੈ। ਸਤਨਾਮ ਕੋ ਸਿਮਰਨ ਭਾਵੈ। ਇਸ ਲਈ ਸਤਨਾਮ ਪਰਮੇਸ਼ਰ ਦਾ, ਵਾਹਿਗੁਰੂ ਦਾ ਨਾਮ ਬਾਣੀ ਪੜਨ ਦੇ ਨਾਲ ਭਾਉਂਦਾ ਚੰਗਾ ਲੱਗਦਾ ਹੈ। ਕਦੋਂ? ਜਦੋਂ ਸੁਣਦੇ ਆ ਨਾ ਕਿ ਵੱਡੇ ਵੱਡੇ ਪਾਪੀਆਂ ਨੇ ਵੀ ਤੇਰਾ ਨਾਮ ਜਪਿਆ, ਉਹਨਾਂ ਦਾ ਵੀ ਉਧਾਰ ਹੋ ਗਿਆ। ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਪਤਤ ਪਵਿੱਤ ਭਏ ਰਾਮ ਕਹਿਤ ਹੀ। ਜਦੋਂ ਤੁਹਾਡੀ ਬਾਣੀ ਵਿੱਚ ਸੁਣਿਆ ਕਿ ਵੱਡੇ ਵੱਡੇ ਪਾਪੀ ਜਿਹੜੇ ਉਹ ਵੀ ਪਾਵਨ ਪਵਿੱਤਰ ਕਰ ਦਿੱਤੇ, ਫਿਰ ਬਾਣੀ ਪੜ੍ਹ ਕੇ ਪਤਾ ਲੱਗਦਾ ਤੇ ਨਾਮ ਦੇ ਨਾਲ ਪ੍ਰੀਤੀ ਬਣਦੀ ਹੈ, ਪ੍ਰੇਮ ਬਣਦਾ ਹੈ। ਕੇਤਕ ਆਪਰਨ ਕੀਨ ਸਬਾਨੀ। ਪਰ ਮਹਾਰਾਜ ਕਈ ਹੋਰ ਵੀ ਅਧੂਰੇ ਗੁਰੂ ਬਣ ਕੇ ਬੈਠੇ ਨੇ, ਉਹਨਾਂ ਨੇ ਵੀ ਕਿਹਾ ਕਿ ਸਾਡੀ ਬਾਣੀ ਇਹ ਵੀ ਪੜ੍ਹੋ। ਜਾਂ ਹੋਰ ਕਈ ਲੋਕਾਂ ਨੇ ਆਪਣੇ ਹਿਸਾਬ ਦੇ ਨਾਲ ਬਾਣੀਆਂ ਬਣਾ ਰੱਖੀਆਂ। ਆਪਾਂ ਦੇਖਦੇ ਹਾਂ ਪੰਜਾਬ ਦੀ ਧਰਤੀ 'ਚ ਕਿਹੜਾ ਘੱਟ ਨੇ ਜਿਨ੍ਹਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਹੁੰਦਿਆਂ ਦੇਖ ਕੇ ਤੇ ਫਿਰ ਉਹਨਾਂ ਨੇ ਵੀ ਆਪਣੇ ਗ੍ਰੰਥ ਰਚ ਦਿੱਤੇ। ਪਰ ਭਲਾ ਇੱਕ ਪਾਸੇ ਪੂਰਾ ਹੋਵੇ, ਇੱਕ ਪਾਸੇ ਸੂਰਜ ਦਾ ਪ੍ਰਤਾਪ ਹੋਵੇ ਤੇ ਦੂਜੇ ਪਾਸੇ ਟਟਹਿਣੇ ਹੋਣ, ਜੁਗਨੂ ਹੋਣ, ਤੇ ਲੱਖਾਂ ਜੁਗਨੂ ਇਕੱਠੇ ਹੋ ਜਾਣ, ਸੂਰਜ ਦਾ ਮੁਕਾਬਲਾ ਨਹੀਂ ਕਰ ਸਕਦੇ। ਬਸ ਸੂਰਜ ਚੜ੍ਹਦੇ ਉਹਨਾਂ ਦਾ ਪ੍ਰਤਾਪ ਮੱਧਮ ਪੈ ਜਾਂਦਾ। ਇਸੇ ਤਰ੍ਹਾਂ ਗੁਰੂ ਸਾਹਿਬਾਨਾਂ ਦੀ ਬਾਣੀ ਦੀ ਬਰਾਬਰੀ ਕੌਣ ਕਰ ਸਕਦਾ? ਪਰ ਯਤਨ ਕਰਦੇ ਨੇ ਅਧੂਰੇ ਲੋਕ। ਮਹਾਰਾਜ ਸਾਨੂੰ ਇਹ ਦੱਸੋ ਕਿ ਹੋਰਾਂ ਨੇ ਵੀ ਇਸ ਤਰ੍ਹਾਂ ਬਾਣੀਆਂ ਉਚਾਰੀਆਂ ਹਨ। ਤਿਨ ਤੇ ਮਨ ਮਨ ਹੈ ਦਰਵੈ ਸੁਨੀਤੀ। ਜਿਨ੍ਹਾਂ ਦੀ ਬਾਣੀ ਨੂੰ ਸੁਣ ਕਰਕੇ ਮਨ ਜਿਹੜਾ ਹੈ ਉਹ ਪਿਘਲਦਾ ਨਹੀਂ। ਤੁਹਾਡੀ ਬਚਨ ਸੁਣਦੇ ਸਾਰ ਹੀ ਮਨ ਜਿਹੜਾ ਹੈ ਉਹ ਟਿਕਾ ਵਿੱਚ ਆ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ। ਪਰ ਉਹਨਾਂ ਨੇ ਜਿਹੜੇ ਸ਼ਬਦ ਉਚਾਰੇ ਨੇ, ਬਾਣੀ ਉਚਾਰੀ ਹੈ,
ਉਹਦੇ ਨਾਲ ਮਨ ਨਹੀਂ ਪਿਘਲਦਾ, ਪ੍ਰੇਮ ਨ ਉਪਜੈ ਹਿਰਦੈ ਭਣੇ ਤੇ, ਨਾ ਹੀ ਪ੍ਰੇਮ ਪੈਦਾ ਹੁੰਦਾ ਹੈ ਹਿਰਦੇ ਵਿੱਚੋਂ। ਸ੍ਰੀ ਮੁਖ ਤੇ ਫੁਰਮਾਵਨ ਕੀਨਾ, ਇਹਨਾਂ ਦੀ ਬੇਨਤੀ ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਮੁਖ ਚੋਂ ਉੱਤਰ ਦਿੱਤਾ। ਗੁਰਬਾਣੀ ਮੈਂ ਸ਼ਕਤ ਪ੍ਰਬੀਨਾ, ਸਤਿਗੁਰੂ ਜੀ ਕਹਿੰਦੇ ਗੁਰ ਸਿੱਖੋ ਬਾਣੀ ਵਿੱਚ ਅਥਾਹ ਸ਼ਕਤੀ ਹੈ। ਜਿਨ ਪ੍ਰਾਨੀ ਚਾਹਿਓ ਕਲਿਆਣਾ, ਜਿਹੜਾ ਪ੍ਰਾਣੀ ਮਨੁੱਖ ਚਾਹੁੰਦਾ ਹੈ ਕਿ ਮੇਰੀ ਕਲਿਆਣ ਹੋਵੇ, ਮੇਰਾ ਉਦਾਰ ਹੋਵੇ, ਮੇਰੇ ਬੰਧਨ ਕੱਟੇ ਜਾਣ, ਮੈਂ ਮੁਕਤ ਹੋਵਾਂ, ਸੋ ਜੇ ਪਠੈ ਸੁਨੈ ਸ਼ੁਭ ਕਾਨਾ। ਹਾਂ, ਜੇ ਉਹ ਕੰਨ ਦੇ ਕੇ ਬਾਣੀ ਨੂੰ ਸੁਣੇ, ਪ੍ਰੇਮ ਦੇ ਨਾਲ ਇਸ ਬਾਣੀ ਨੂੰ ਪੜ੍ਹੇ, ਫਲ ਵਿਸਾਲ ਤਿਸ ਪ੍ਰਾਪਤ ਹੋਏ। ਉਸ ਮਨੁੱਖ ਨੂੰ ਬਹੁਤਾ ਫਲ ਪ੍ਰਾਪਤ ਹੋਵੇਗਾ। ਬਾਣੀ ਪੜ੍ਹਨ ਅਤੇ ਸੁਣਨ ਦਾ ਕਿਹਨੂੰ ਪ੍ਰਾਪਤ ਹੋਵੇਗਾ? ਜਿਹੜਾ ਥਾ ਸ਼ਰਧਾ ਰੱਖ ਕੇ ਇਹ ਚਾਹੇਗਾ ਕਿ ਮੇਰੀ ਕਲਿਆਣ ਹੋ ਜਾਵੇ। ਬਹੁ ਅਭਿਆਸ ਕਰਹਿ ਨਰ ਜੋਈ, ਫਿਰ ਮਨੁੱਖ ਬਹੁਤਾ ਅਭਿਆਸ ਕਰੇ। ਸਾਧ ਸੰਗਤ ਇੱਕ ਤਾਂ ਹੁੰਦਾ ਹੈ, ਕਈ ਤਾਂ ਐਸੇ ਵੀ ਨੇ, ਭਾਈ ਸੰਤੋਖ ਸਿੰਘ ਨੇ ਲਿਖਿਆ ਹੈ ਨਾ, ਕਹਿੰਦੇ ਤਾਂ ਆਪਣੇ ਆਪ ਨੂੰ ਸਿੱਖ ਨੇ, ਪਰ ਭਾਈ ਸਾਹਿਬ ਕਹਿੰਦੇ ਹਲੇ ਤੱਕ ਜਪਜੀ ਸਾਹਿਬ ਕੰਠ ਹੀ ਨਹੀਂ ਕੀਤਾ। ਤੇ ਫਿਰ ਜਨਮ ਇਸ ਤਰ੍ਹਾਂ ਬਿਰਥਾ ਗਿਆ, ਜਿਸ ਤਰ੍ਹਾਂ ਤੰਦੁਲ ਬਿਨ ਤੁਖ ਕਾਮ ਕਿਸ ਜਨਮ ਕਾਰਤ ਲੀਨ। ਤੰਦੁਲ ਨਾਮ ਚੌਲਾਂ ਦਾ ਹੈ, ਤੰਦੁਲ ਬਿਨ ਤੁਖ ਕਾਮ ਕਿਸ, ਚੌਲਾਂ ਤੋਂ ਬਿਨਾਂ ਤੁਖ ਜਿਹੜੇ ਨੇ ਉਹ ਕਿਸੇ ਕੰਮ ਨਹੀਂ ਆਉਂਦੇ। ਇਸੇ ਤਰ੍ਹਾਂ ਸਿੱਖ ਗੁਰੂ ਕਾ ਹੋਏ ਗਏ ਜਪਜੀ ਕੰਠ ਨਾ ਕੀ, ਗੁਰੂ ਕਾ ਸਿੱਖ ਕਹੁਨੈ ਪਰ ਹਲੇ ਤੱਕ ਜਪਜੀ ਕੰਠ ਹੀ ਨਾ ਕੀਤੀ। ਇਸ ਲਈ ਬਾਣੀ ਦਾ ਬਾਰ-ਬਾਰ ਅਭਿਆਸ ਕਰਨਾ। ਕਈ ਕਹਿੰਦੇ ਨੇ ਬਾਣੀ ਕੰਠ ਕਰਨ ਦਾ ਤਰੀਕਾ ਕੀ, ਕਿਸ ਤਰ੍ਹਾਂ ਕਰੀਏ? ਸਭ ਤੋਂ ਸੁਖੈਨ ਤਰੀਕਾ ਹੈ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਹੈ ਨਾ, ਕਿ ਗੁਰਬਾਣੀ ਮੈਂ ਸ਼ਕਤ ਪ੍ਰਬੀਨਾ। ਇਹ ਉਪਦੇਸ਼ ਦਿੱਤਾ ਹੈ ਕਿ ਮਹਾਰਾਜ ਕਹਿੰਦੇ ਹਨ ਬਹੁ ਅਭਿਆਸ ਕਰੇ ਨਰ ਜੋਏ। ਜਿਹੜਾ ਬਾਣੀ ਦਾ ਬਾਰ-ਬਾਰ ਅਭਿਆਸ ਕਰਦਾ, ਜਿਹੜੇ ਬਾਰ-ਬਾਰ ਅਭਿਆਸ ਕਰਨ ਵਾਲੇ ਨੇ, ਉਹਨਾਂ ਨੂੰ ਸ਼ਬਦ ਬਾਣੀ ਕੰਠ ਹੁੰਦੀ। ਜਾਪ ਸਾਹਿਬ ਦੀ ਬਾਣੀ ਕਈ ਪ੍ਰੇਮੀ ਕਹਿੰਦੇ ਹਨ ਕਿ ਇਹਨੂੰ ਕੰਠ ਕਰਨਾ ਬਹੁਤ ਔਖਾ ਹੈ, ਪਰ ਜਿਨ੍ਹਾਂ ਨੇ ਕੀਤਾ ਹੈ ਉਹਨਾਂ ਨੂੰ ਪਤਾ ਹੈ ਕਿ ਬਾਰ-ਬਾਰ ਬਾਣੀ ਦਾ ਅਭਿਆਸ ਕਰਦੇ। ਜਿੱਥੇ ਇੱਕ ਪਾਠ ਕਰਦੇ ਸੀ ਉੱਥੇ 5-5 ਪਾਠ ਕੀਤੇ ਜਾਪ ਸਾਹਿਬ ਦੇ ਰੋਜ਼ਾਨਾ, ਤੇ ਫਿਰ ਹੌਲੀ-ਹੌਲੀ ਉਹ ਸ਼ਬਦ ਜ਼ੁਬਾਨ ਤੇ ਚੜ੍ਹਨ ਲੱਗ ਪੈਂਦੇ। ਮਹਾਰਾਜ ਕਹਿੰਦੇ ਸਿੱਖ ਦਾ ਕਰਮ ਹੈ ਕਿ ਬਾਣੀ ਦੇ ਨਾਲ ਪਿਆਰ ਕਰੇ। ਜਿਹਦੇ ਨਾਲ ਪਿਆਰ ਹੋਵੇ ਤੇ ਬਾਰ-ਬਾਰ ਉਹਦਾ ਫਿਰ ਬੰਦਾ ਜ਼ਿਕਰ ਕਰਦਾ, ਉਹਦੇ ਬਾਰੇ ਪੁੱਛਦਾ ਹੈ। ਮਾਂ ਪਿਓ ਨੂੰ ਸੰਤਾਨ ਨਾਲ ਪਿਆਰ ਹੈ, ਬਾਰ-ਬਾਰ ਪੁੱਛਦੇ ਨੇ ਪੁੱਤਰ ਕਿੱਥੇ ਹੋ। ਜਿਹਦੇ ਨਾਲ ਪਿਆਰ ਹੋਵੇ ਤੇ ਜੇ ਸਿੱਖ ਦਾ ਬਾਣੀ ਨਾਲ ਪ੍ਰੇਮ ਬਣ ਜਾਵੇ, ਫਿਰ ਇੱਕ ਕਹਿ ਕੇ ਇਹ ਨਹੀਂ ਬੰਦਾ ਕਹਿੰਦਾ ਕਿ ਬਹੁਤ ਹੈ, ਫਿਰ ਉਹ ਤਾਂ ਕਹਿੰਦੇ ਬਾਰ-ਬਾਰ ਅਭਿਆਸ ਕਰੀਏ। ਜਿਸ ਤਰ੍ਹਾਂ ਭਾਈ ਲੱਖੂ ਜੀ ਦਾ ਜੀਵਨ ਪੜ੍ਹਦੇ ਹਾਂ, 25 ਪਾਠ ਰੋਜ਼ ਜਪਜੀ ਸਾਹਿਬ ਦੇ ਪੜ੍ਹਦੇ, ਤੇ ਫਿਰ ਲਾਹੌਰ ਦੀਆਂ ਜਿਹੜੀਆਂ ਮਾਈਆਂ ਸਨ ਸਾਰਿਆਂ ਨੂੰ ਪਾਠ ਕੰਠ ਕਰਾਏ। ਭਾਵੇਂ ਕੋਈ ਪੜ੍ਹਨ ਵਾਲਾ ਸੀ ਭਾਵੇਂ ਨਾ, ਇੱਕ ਤੁਕ ਕਰਕੇ ਜਿਹੜੇ ਅਨਪੜ੍ਹ ਸਨ ਉਹਨਾਂ ਨੂੰ ਵੀ ਬਾਣੀ ਕੰਠ ਕਰਾ ਦਿੱਤੀ। ਆ ਵਿਦੇਸ਼ੀ ਭਾਸ਼ਾਵਾਂ, ਇਹ ਵੀ ਤਾਂ ਬੰਦਾ ਪੈਸੇ ਖਾਤਰ ਕਿੰਨੀ ਮਿਹਨਤ ਕਰਦਾ ਇਹਨਾਂ ਨੂੰ ਸਿੱਖਣ ਲਈ, ਪਰ ਇਸੇ ਤਰ੍ਹਾਂ ਜਿਹੜਾ ਧਨ ਪਰਲੋਕ ਵਿੱਚ ਕੰਮ ਆਉਣਾ ਹੈ, ਮਹਾਰਾਜ ਕਹਿੰਦੇ ਉਹਦੀ ਵੀ ਕਮਾਈ ਕਰਨ ਦਾ ਯਤਨ ਕਰ। ਬਾਰ-ਬਾਰ ਗੁਰੂ ਕਾ ਸਿੱਖ ਬਾਣੀ ਦਾ ਅਭਿਆਸ ਕਰੇ, ਸੋ ਹੋਏ ਜਾਤ ਮੁਕੰਦ ਪਰਾਇਣਾ। ਗੁਰਦੇਵ ਕਹਿੰਦੇ ਨੇ ਜਿਹੜਾ ਬਾਣੀ ਦੇ ਆਸਰੇ ਹੋਵੇਗਾ ਅਖੀਰ ਉਹ ਜ਼ਰੂਰ ਮੁਕਤ ਹੋਵੇਗਾ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਸਿੱਖ ਦਾ ਤੇ ਆਸਰਾ ਹੀ ਬਾਣੀ ਹੈ ਨਾ। ਜਿਹਨੇ ਬਾਣੀ ਨੂੰ ਬਾਣੀ ਤੇ ਆਧਾਰ ਰਹਿੰਦਾ ਹੈ, ਬਾਣੀ ਨੂੰ ਆਪਣਾ ਆਸਰਾ ਮੰਨਿਆ ਹੈ, ਮਹਾਰਾਜ ਕਹਿੰਦੇ ਅੰਤ ਉਹ ਜ਼ਰੂਰ ਮੁਕਤ ਹੁੰਦਾ ਹੈ। ਸਿਮਰਨ ਕਰਹਿ ਕੁਸੰਗ ਹੈ ਪਾਏ ਨਾ। ਜਿਹੜਾ ਬਾਣੀ ਦਾ ਅਭਿਆਸ ਕਰਦਾ ਹੈ ਉਹ ਕੀ ਕਰਦਾ ਹੈ? ਕੁਝ ਸੰਗਤ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਦਾ ਹੈ। ਕਿਉਂ? ਭਗਤ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਨਾ, ਕਬੀਰ ਚਾਵਲ ਕਾਰਨੇ ਤੋਕੋ ਮੋਲੀ ਲਾਏ, ਸੰਗ ਕੁ ਸੰਗੇ ਬੈਸਤੇ ਤਬ ਪੁੱਛੈ ਧਰਮ ਰਾਏ। ਕਹਿੰਦੇ ਚੌਲਾਂ ਨੇ ਤੁਖਾਂ ਨੇ ਸੰਗ ਕੀਤਾ ਚੌਲਾਂ ਦਾ, ਤੇ ਉੱਪਰ ਜਿਹੜੇ ਸੀ ਮੂਲੇ ਖਾਧੇ। ਤੇ ਇਸੇ ਤਰ੍ਹਾਂ ਜਿਹੜਾ ਕੁਸੰਗੀਆਂ ਦੀ ਸੰਗਤ 'ਚ ਬੈਠਦਾ ਕਿ ਮੈਂ ਕਿਹੜਾ ਕੋਈ ਮਾੜਾ ਕੰਮ ਕਰਦਾ, ਫਿਰ ਕੀ ਹੋਇਆ ਬੈਠਾ। ਭਗਤ ਜੀ ਕਹਿੰਦੇ ਸੰਗ ਕੁਸੰਗੀ ਬੈਸਤੇ ਤਬ ਪੁੱਛੇ ਧਰਮ ਰਾਏ। ਧਰਮ ਰਾਜਾ ਫਿਰ ਉਹਨਾਂ ਤੋਂ ਵੀ ਜਿਹੜਾ ਹਿਸਾਬ ਲੈਂਦਾ ਹੈ। ਇਸ ਕਰਕੇ ਭਗਤ ਜੀ ਨੇ ਤਾਂ ਇੱਥੋਂ ਤੱਕ ਕਿਹਾ ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਦਾ। ਲਸਣ ਉਹ ਕਿਤੇ ਲੁਕਾ ਕੇ ਵੀ ਖਾਧਾ ਜਾਵੇ ਤਾਂ ਉਹਦੀ ਸੁਗੰਧੀ ਦੱਸ ਦਿੰਦੀ ਹੈ ਕਿ ਉੱਥੇ ਲਸਣ ਦੀ ਵਰਤੋਂ ਹੋਈ। ਇਸੇ ਤਰ੍ਹਾਂ ਜਿਹੜਾ ਕੁਝ ਸੰਗਤ ਦੇ ਵਿੱਚ ਬੈਠਦਾ ਹੈ, ਕੁਝ ਸੰਗੀ ਜਿਹੜਾ ਹੈ ਉਹ ਜੀਵਨ ਦੇ ਉੱਤੇ ਦਾਗ ਲਾ ਹੀ ਦਿੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਬਾਣੀ ਪੜ੍ਹਨ ਵਾਲੇ ਕੁਝ ਸੰਗੀਆਂ ਤੋਂ ਬਚਦੇ ਨੇ, ਕੁਝ ਸੰਗਤ ਨਹੀਂ ਕਰਦੇ, ਕਿਉਂਕਿ ਮਨ ਕੋਰਾ ਕਾਗਜ਼ ਹੈ। ਕੁਝ ਸੰਗੀ ਕੋਲ ਬੈਠਣ ਦੇ ਨਾਲ ਹੀ ਮਨ ਅਸਰ ਕਬੂਲਦਾ ਹੈ ਉਸ ਮਾੜੀ ਸੰਗਤ ਦਾ। ਇਸ ਲਈ ਬਾਣੀ ਪੜ੍ਹਨ ਵਾਲੇ ਕੁਝ ਸੰਗੀਆਂ ਤੋਂ ਬਚਦੇ। ਆ ਨਸ਼ੇ ਹੌਲੀ ਲਾਉਣ ਵਾਲੇ ਇਸੇ ਤਰ੍ਹਾਂ ਹੀ ਤਾਂ ਕਰਦੇ ਨੇ। ਚਲ ਬਹੁਤੀ ਨਹੀਂ ਪੀਣੀ ਜਾਂ ਬਹੁਤਾ ਨਹੀਂ ਲਾਉਣਾ, ਤੇ ਥੋੜ੍ਹੀ ਜਿਹੀ ਤਾਂ ਵਰਤੋਂ ਕਰ, ਤੇ ਫਿਰ ਦੇਖੀ
ਬਸ ਉਹ ਥੋੜੀ ਸ਼ੁਰੂ ਕੀਤੀ ਤੇ ਫਿਰ ਬਹੁਤੀ, ਇਸ ਤਰ੍ਹਾਂ ਤੇ ਘਰਾਂ ਦੇ ਘਰ ਬਰਬਾਦ ਹੋਏ ਆਪਾਂ ਦੇਖੇ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਬਾਣੀ ਪੜ੍ਹਦੇ ਨੇ, ਬਾਣੀ ਦੇ ਆਸਰੇ ਰਹਿੰਦੇ ਨੇ, ਉਹ ਫਿਰ ਸਿਮਰਨ ਕਰੇ, ਉਹ ਸਿਮਰਨ ਕਰਦੇ ਨੇ। ਕੁਸੰਗ ਹੈ ਪਾਏ ਨਾ, ਉਹ ਕਦੇ ਕੁਸੰਗਤ ਵਿੱਚ ਆਪਣਾ ਪੈਰ ਨਹੀਂ ਰੱਖਦੇ। ਜਗ ਮਹਿ ਪਾਏ ਕਾਮਨਾ ਸੁਖੀ। ਬਾਣੀ ਪੜਨ ਵਾਲੇ ਉਹਨਾਂ ਦੀਆਂ ਕਾਮਨਾ ਪੂਰੀਆਂ ਹੁੰਦੀਆਂ ਨੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਉਹ ਕਿਸ ਤਰ੍ਹਾਂ, ਜਦੋਂ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ, ਉਹਨੂੰ ਜੀਵਨ ਵਿੱਚ ਕਮਾਇਆ ਤੇ ਫਿਰ ਮਨੁੱਖ ਜੋ ਚਾਹੁੰਦਾ ਸੀ ਉਹਨੂੰ ਪ੍ਰਾਪਤ ਹੋਇਆ। ਜਦੋਂ ਬੰਦਾ ਮਾਂ-ਬਾਪ ਦੇ ਕਹਿਣੇ 'ਚ ਚੱਲਦਾ ਹੈ ਤੇ ਫਿਰ ਮਾਂ-ਬਾਪ ਹੀ ਕਹਿੰਦੇ ਨੇ ਪੁੱਤ ਤੈਨੂੰ ਚਾਹੀਦਾ ਕੀ, ਤੇ ਜਦੋਂ ਕਹਿਣੇ ਤੋਂ ਬਾਹਰ ਹੋਵੇ ਤੇ ਫਿਰ ਕਹਿੰਦੇ ਨੇ ਤੁਰਿਆ ਫਿਰ ਆਪਣੀ ਮਰਜ਼ੀ ਕਰ। ਇਸੇ ਤਰ੍ਹਾਂ ਜਿਹੜਾ ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਜਿਉਂਦਾ ਹੈ, ਗੁਰਦੇਵ ਕਹਿੰਦੇ ਫਿਰ ਪਾਏ ਕਾਮਨਾ, ਉਹਦੀਆਂ ਕਾਮਨਾ ਪੂਰੀਆਂ ਹੁੰਦੀਆਂ ਹਨ ਤੇ ਉਹਦਾ ਜੀਵਨ ਜਿਹੜਾ ਹੈ ਉਹ ਸੁਖੀ ਹੋ ਜਾਂਦਾ ਹੈ। ਨਹਿ ਪ੍ਰਲੋਕ ਮਹਿ ਕੈਸੇ ਦੁਖੀ। ਜਿਹਦਾ ਜੀਵਨ ਲੋਕ ਵਿੱਚ ਸੁਖੀ ਹੈ, ਉਹ ਪਰਲੋਕ 'ਚ ਕਿਸ ਤਰ੍ਹਾਂ ਦੁਖੀ ਹੋਵੇਗਾ। ਸਭ ਤੋਂ ਵੱਡਾ ਸੁੱਖ ਤਾਂ ਨਾਮ ਵਿੱਚ ਹੀ ਹੈ ਨਾ, ਗੁਰੂ ਦੀ ਬਾਣੀ ਵਿੱਚ ਹੈ। ਜਿਹਨੇ ਬਾਣੀ ਨੂੰ ਆਪਣਾ ਆਸਰਾ ਬਣਾ ਲਿਆ, ਉਹਦਾ ਜੀਵਨ ਸੁਖੀ ਹੈ ਤੇ ਪ੍ਰਲੋਕ ਵਿੱਚ ਵੀ ਉਹ ਸੁਖ ਮੰਨਦਾ ਹੈ। ਜਿਨ ਸਿੱਖਨ ਸੁਣ ਕੇ ਸੁਖ ਪਾਇਓ। ਇਹਨਾਂ ਸਿੱਖਾਂ ਨੇ ਗੁਰੂ ਸਾਹਿਬ ਦਾ ਉਪਦੇਸ਼ ਸੁਣਿਆ ਹੈ, ਸੁਣ ਕੇ ਸਾਧ ਸੰਗਤ ਮਨ ਵਿੱਚ ਬੜਾ ਸੁਖ ਪ੍ਰਾਪਤ ਕੀਤਾ ਹੈ, ਕਿਉਂਕਿ ਗੁਰੂ ਦਾ ਉਪਦੇਸ਼ ਦੇਂਦਾ ਹੀ ਸੁਖ ਹੈ ਸਾਨੂੰ। ਦੁੱਖਾਂ ਦੇ ਕਾਰਨ ਕੀ ਨੇ? ਸਾਡਾ ਆਸਰਾ ਸੀ ਪ੍ਰਮਾਤਮਾ ਦਾ ਸਿਮਰਨ। ਮਾਤ ਗਰਭ ਮੈਂ ਆਪਨ ਸਿਮਰਨ ਦੇ, ਮਾਂ ਦੀ ਗਰਭ ਦੇ ਵਿੱਚ ਸਿਮਰਨ ਸਾਡਾ ਆਧਾਰ ਆਸਰਾ ਬਣਿਆ ਤੇ ਉੱਥੇ ਜੀਵਨ ਦਾਨ ਮਿਲਿਆ। ਬਸ ਜਦੋਂ ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਜਦੋਂ ਪ੍ਰਮਾਤਮਾ ਦੀ ਯਾਦ ਭੁੱਲੀ ਤੇ ਦੁੱਖਾਂ ਨੇ ਜਨਮ ਲਿਆ, ਫਿਰ ਦਰ ਦਰ ਦੇ ਠੋਕਰਾਂ ਖਾਧੀਆਂ ਤੇ ਫਿਰ ਅਹਿਸਾਸ ਹੋਇਆ ਕਿ ਨਹੀਂ, ਬੰਦਾ ਸੋਚਦਾ ਸੁੱਖ ਇੱਥੇ ਹੈ, ਸੁੱਖ ਇੱਥੇ ਹੈ, ਜਦੋਂ ਕਿਤੇ ਨਾ ਮਿਲਿਆ ਤੇ ਫਿਰ ਉਹ ਜੁੜਿਆ ਜਦੋਂ ਪ੍ਰਮਾਤਮਾ ਦੀ ਯਾਦ ਵਿੱਚ, ਫਿਰ ਸੁੱਖ ਦੀ ਅਹਿਸਾਸ ਹੋਇਆ, ਪਤਾ ਲੱਗਾ ਕਿ ਸੁੱਖ ਅਸਲ ਹੈ ਕਿੱਥੇ ਸੀ। ਇਸ ਲਈ ਗੁਰਦੇਵ ਕਹਿੰਦੇ ਨੇ ਇਹ ਰਸ ਛੱਡ ਹੈ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਇਸ ਤਰ੍ਹਾਂ ਗੁਰੂ ਸਾਹਿਬ ਦੇ ਉਪਦੇਸ਼ ਵਿੱਚ ਸੁੱਖ ਹੀ ਸੁੱਖ ਹੈ, ਪਰ ਲੋੜ ਹੈ ਉਪਦੇਸ਼ ਨੂੰ ਕਮਾਉਣ ਦਾ। ਜਿਸ ਤਰ੍ਹਾਂ ਭਗਤ ਜੀ ਨੇ ਸਮੁੰਦਰ ਦੇ ਕੰਢੇ 'ਤੇ ਖਲੋ ਕੇ ਦੇਖਿਆ ਕਿ ਸਮੁੰਦਰ ਦੀ ਝੱਲ ਆਈ, ਉਹਨੇ ਸਮੁੰਦਰ ਵਿੱਚੋਂ ਸ਼ੰਖ ਨੂੰ ਚੁੱਕ ਕੇ ਬਾਹਰ ਸੁੱਟਿਆ ਤੇ ਭਗਤ ਸਾਹਿਬ ਜੀ ਨੇ ਫਿਰ ਸ਼ੰਖ ਚੁੱਕਿਆ ਤੇ ਉਹ ਸ਼ੰਖ ਚੁੱਕ ਕੇ ਦੁਬਾਰਾ ਪਾਣੀ ਵਿੱਚ ਸੁੱਟਿਆ। ਸਮੁੰਦਰ ਦੀ ਦੂਜੀ ਛਾਲ ਨੇ ਫਿਰ ਸ਼ੰਖ ਚੁੱਕ ਕੇ ਬਾਹਰ ਸੁੱਟਿਆ। ਭਗਤ ਕਬੀਰ ਸਾਹਿਬ ਨੇ ਫਿਰ ਉਹ ਸ਼ੰਖ ਸੁੱਟਿਆ। ਜਦ ਤੀਜੀ ਵਾਰੀ ਬਾਹਰ ਆਇਆ ਤੇ ਉਸ ਵੇਲੇ ਭਗਤ ਕਬੀਰ ਸਾਹਿਬ ਜੀ ਨੇ ਉਸ ਸ਼ੰਖ ਨੂੰ ਆਪਣੇ ਹੱਥ 'ਚ ਲਿਆ, ਕਹਿਣ ਲੱਗੇ ਸ਼ੰਖ ਇੱਕ ਗੱਲ ਯਾਦ ਰੱਖੀ, ਇਹ ਪਾਣੀ ਵਿੱਚ ਜਿੰਨਾ ਚਿਰ ਤੂੰ ਰਿਹਾ ਹੈ ਤੂੰ ਮੌਜਾਂ ਮਾਣੀਆਂ, ਕਿਉਂਕਿ ਪਾਣੀ ਵਿੱਚ ਹੀ ਸ਼ੰਖ ਜਿਹੜਾ ਹੈ ਉਹ ਵੱਧਦਾ ਹੈ। ਇੱਕ ਗੱਲ ਯਾਦ ਰੱਖੀ, ਜੇ ਤੇਰਾ ਇਹ ਪਾਣੀ ਨਾਲੋਂ ਵਿਛੋੜਾ ਪੈ ਗਿਆ ਤੇ ਫਿਰ ਸਵੇਰ ਹੁੰਦਿਆਂ ਮੰਦਰਾਂ ਵਿੱਚ ਧਾਹਾਂ ਮਾਰੇਗਾ। ਉਹ ਭਗਤ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ, ਕਬੀਰ ਰਹਿ ਨਾਇਰ ਵਿਛੋਰਿਆ, ਰਹੋ ਰੇ ਸ਼ੰਖ ਮਜੂਰ, ਦੇਵਲ ਦੇਵਲ ਧਾੜੀ ਦੇਸੈ ਉਗਵਤ ਸੂਰ। ਸੂਰਜ ਉਗਦਿਆਂ ਰੋਜ਼ ਧਾਹਾਂ ਮਾਰੇਗਾ। ਇਹ ਕੇਵਲ ਗੱਲ ਸ਼ੰਖ ਦੀ ਨਹੀਂ ਸੀ, ਇਹ ਭਗਤ ਕਬੀਰ ਸਾਹਿਬ ਨੇ ਸਾਨੂੰ ਸਮਝਾਈ ਕਿ ਪ੍ਰਮਾਤਮਾ ਅਕਾਲ ਪੁਰਖ ਦਾ ਨਾਮ ਹੈ ਸਮੁੰਦਰ ਦੀ ਤਰ੍ਹਾਂ। ਬਸ ਜਿੰਨਾ ਚਿਰ ਨਾਮ ਰੂਪੀ ਸਮੁੰਦਰ ਵਿੱਚ ਟਿਕਿਆ ਰਹੇਗਾ, ਉਹਨਾਂ ਚਿਰ ਤੈਨੂੰ ਆਤਮਾ ਕਰਕੇ ਸੁੱਖ ਮਿਲਦਾ ਰਹੇਗਾ, ਤੇਰਾ ਜੀਵਨ ਖੁਸ਼ਹਾਲ ਰਹੇਗਾ। ਜਿਸ ਤਰ੍ਹਾਂ ਸ਼ੰਖ ਬਾਹਰ ਨਿਕਲਿਆ ਉਹਨੂੰ ਪੁਜਾਰੀ ਫੜ ਕੇ ਲੈ ਜਾਂਦੇ ਨੇ ਤੇ ਫਿਰ ਮੰਦਰਾਂ ਵਿੱਚ ਧਾਹਾਂ ਮਾਰਦੇ, ਇਸੇ ਤਰ੍ਹਾਂ ਪ੍ਰਮਾਤਮਾ ਦੇ ਨਾਮ ਤੋਂ ਦੂਰ ਜਾ ਕੇ ਦੁੱਖ ਹੀ ਦੁੱਖ ਹਨ ਜੀਵਨ ਵਿੱਚ। ਗੁਰੂ ਸਾਹਿਬ ਦਾ ਉਪਦੇਸ਼ ਇਹਨਾਂ ਸਿੱਖਾਂ ਨੇ ਸੁਣਿਆ ਹੈ। ਤਿੰਨ ਸਿੱਖਾਂ ਨੂੰ ਸੁਣ ਕੇ ਸੁਖ ਪਾਇਓ। ਗੁਰੂ ਸਾਹਿਬ ਦਾ ਉਪਦੇਸ਼ ਸੁਣ ਕੇ ਮਨ ਵਿੱਚ ਸੁਖ ਪ੍ਰਾਪਤ ਕੀਤਾ। ਗੁਰਬਾਣੀ ਸੰਗ ਪ੍ਰੇਮ ਵਧਾਇਓ। ਇਹਨਾਂ ਗੁਰਸਿੱਖਾਂ ਦਾ ਬਾਣੀ ਦੇ ਨਾਲ ਬਹੁਤਾ ਪ੍ਰੇਮ ਵਧਿਆ ਹੈ। ਜੇ ਗੁਰੂ ਕਿਰਪਾ ਕਰੇ ਨਾ ਤੇ ਫਿਰ ਹੀ ਹਿਰਦੇ ਵਿੱਚ ਗੁਰਬਾਣੀ ਪ੍ਰਤੀ, ਗੁਰੂ ਪ੍ਰਤੀ, ਅਕਾਲ ਪੁਰਖ ਪ੍ਰਤੀ ਪ੍ਰੇਮ ਬਣਦਾ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹਨ, ਜੇ ਪ੍ਰਮਾਤਮਾ ਦੀ ਪ੍ਰਾਪਤੀ ਜੀਵ ਚਾਹੁੰਦਾ ਹੈ ਤੇ ਸਭ ਤੋਂ ਉੱਤਮ ਗੁਣ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰ ਇਹ ਪ੍ਰੇਮ ਗੁਣ ਕਿਸੇ ਤੋਂ ਸਿੱਖਿਆ ਨਹੀਂ ਜਾਂਦਾ, ਇਹ ਇੱਕ ਅੰਦਰ ਦੀ ਅਵਸਥਾ ਹੈ। ਬਾਕੀ ਗੁਣ ਤਾਂ ਆਪਾਂ ਸਿੱਖ ਲੈਂਦੇ ਹਾਂ ਨਾ, ਪਰ ਪ੍ਰੇਮ ਕਿਸੇ ਤੋਂ ਸਿੱਖਿਆ ਨਹੀਂ ਜਾਂਦਾ। ਗੁਰੂ ਕਿਰਪਾ ਕਰੇ, ਜੇ ਹਿਰਦੇ ਵਿੱਚ ਪ੍ਰੇਮ ਪੈਦਾ ਹੋਵੇ, ਫਿਰ ਧਰਮ ਦਾ ਕੋਈ ਵੀ ਕਰਮ ਕਰੀਏ ਤੇ ਫਿਰ ਮਹਾਰਾਜ ਕਹਿੰਦੇ ਉਹ ਬਹੁਤ ਫਲੀਭੂਤ ਹੁੰਦਾ ਹੈ। ਫਿਰ ਕੀਤਾ ਹੋਇਆ ਕਿ ਕਰਮ ਸਾਨੂੰ ਉਸ ਦੇ ਨੇੜੇ ਲੈ ਕੇ ਜਾਂਦਾ। ਪਰ ਜੇ ਅੰਦਰ ਪਿਆਰ ਹੀ ਨਾ ਹੋਵੇ, ਜਿੰਨੇ ਮਰਜ਼ੀ ਕਰਮ ਕਰੀ ਜਾਈਏ, ਉਹ ਇਸ ਤਰ੍ਹਾਂ ਹਨ ਜਿਸ ਤਰ੍ਹਾਂ ਬਰਾਤ ਤਾਂ ਹੈ ਪਰ ਲਾੜਾ ਨਹੀਂ, ਤੇ ਲਾੜੇ ਤੋਂ ਬਿਨਾਂ ਬਰਾਤ ਸ਼ੋਭਦੀ ਨਹੀਂ। ਇਸ ਲਈ ਮਹਾਰਾਜ ਨੇ ਕਿਰਪਾ ਕੀਤੀ ਹੈ
ਜਿਨ੍ਹਾਂ ਗੁਰਸਿੱਖਾਂ ਦਾ ਹਿਰਦੇ ਵਿੱਚ ਗੁਰੂ ਨਾਲ, ਅਕਾਲ ਪੁਰਖ ਦੇ ਨਾਲ ਪ੍ਰੇਮ ਬਣਿਆ ਹੈ, ਉਹਨਾਂ ਦਾ ਹੀ ਜੀਵਨ ਸਫਲਾ ਹੋਇਆ। ਲੋਕ ਸੁਖੀਏ ਪਰਲੋਕ ਸੁਹੇਲੇ ਹੋਏ ਹਨ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ। ਜੋ ਉਪਦੇਸ਼ ਗੁਰੂ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰਦੇ ਹਨ, ਉਹਨਾਂ ਬਚਨਾਂ ਦੀ ਕਮਾਈ ਕਰ ਸਕੀਏ, ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਅਸੀਸ ਦੇਣੀ ਜੀ। ਆਓ ਦੋ ਪੰਕਤੀਆਂ ਸਰਵਣ ਕਰੀਏ, ਇੱਥੇ ਫਤਿਹ ਬੁਲਾਈਏ ਜੀ। ਜਗ ਮੈਂ ਪਾਏ ਕਾਮਨਾ ਸੁਖੀ, ਨਹਿ ਪਰਲੋਕ ਮੈਂ ਕੈਸੇ ਦੁਖੀ। ਤਿਨ ਸਿੱਖਣ ਸੁਣ ਕੈ ਸੁਖ ਪਾਇਓ, ਗੁਰਬਾਣੀ ਸੰਗ ਪ੍ਰੇਮ ਵਧਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।